ਨਾਜ਼ਰੀਨ, ਪ੍ਰਾਈਮ ਜ਼ਿੰਦਗੀ ਕਾਮਯਾਬੀ ਦੀ ਕਹਾਣੀ, ਲੁਕਵੀਂ ਕਹਾਣੀ, ਜੇ ਮੈਂ ਕਹਿ ਲਾਂ ਕਿ ਕਾਮਯਾਬੀ ਦੀ ਲੁਕਵੀਂ ਕਹਾਣੀ, ਯਾਨੀ ਕਿ ਸਕਸੈਸ ਸਟੋਰੀਜ਼ ਜਿਹੜੀਆਂ ਨੇ ਅਸੀਂ ਸ਼ੂਟ ਕਰਨੀਆਂ ਸ਼ੁਰੂ ਕੀਤੀਆਂ ਨੇ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ। ਔਰ ਪਹਿਲੀ ਜਿਹੜੀ ਕਹਾਣੀ ਹੈ, ਅਸੀਂ ਕਹਾਣੀ ਕੀ ਮੈਂ ਹਕੀਕਤ ਹੀ ਕਹਿ ਲਾਂ ਕਿ ਜ਼ਿੰਦਗੀ ਦੇ ਪਿੱਛੇ ਜਿਹੜੀਆਂ ਹਕੀਕਤਾਂ ਨੇ, ਤਲਖ ਹਕੀਕਤਾਂ, ਜਾਂ ਜ਼ਿੰਦਗੀ ਨੂੰ ਕੁਝ ਅਚੀਵ ਕਰਨ ਵਾਸਤੇ ਬੰਦਾ ਕਿਸ ਤਰੀਕੇ ਨਾਲ ਸਟਰਗਲ ਕਰਦਾ, ਸੰਘਰਸ਼ ਕਰਦਾ ਹੈ, ਅਤੇ ਜੈਗ ਪੁਰਬਾ ਹੁਣਾਂ ਦੀ ਅਸੀਂ ਜਿਹੜੀ ਕਹਾਣੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ। ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡਾ ਆ ਕੇ ਐਡਾ ਵੱਡਾ ਬਿਜ਼ਨਸ ਅੰਪਾਇਰ ਖੜਾ ਕੀਤਾ। ਅਤੇ ਇਸ ਪ੍ਰੋਗਰਾਮ ਦਾ ਇਹ ਦੂਸਰਾ ਭਾਗ ਰਿਹਾ, ਕਿਉਂਕਿ ਪਹਿਲੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਜੀ ਗੱਲਾਂ ਬਾਤਾਂ ਅਧੂਰੀਆਂ ਰਹਿ ਗਈਆਂ ਸੀ। ਸੋ ਇਸ ਦੂਸਰੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਦੇ ਬਿਜ਼ਨਸ ਜਿਹੜਾ ਹੈ ਉਹ ਵੀ ਵਿਖਾਵਾਂਗੇ, ਅਤੇ ਜਿੱਦਾਂ ਵਾਅਦਾ ਕੀਤਾ ਸੀ ਵੀ ਉਹਨਾਂ ਦੀਆਂ ਕੁਝ ਲਗਜ਼ਰੀ ਜਿਹੜੀਆਂ ਕਾਰਾਂ ਨੇ ਉੱਥੇ ਮੈਂ ਝੂਟਾ ਵੀ ਲੈਣਾ ਹੈ ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਆਓ ਜੀ ਗੱਲਬਾਤ ਕਰਦੇ ਹਾਂ ਜਗਸੀਰ ਪੁਰਬਾ ਯਾਨੀ ਕਿ ਜੈਗ ਪੁਰਬਾ ਹੋਣਾ ਦੇ ਨਾਲ। ਭਾਜੀ, ਦੂਸਰੇ ਭਾਗ ਦੇ ਵਿੱਚ ਮੈਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਜੀ। ਧੰਨਵਾਦ ਜੀ। ਹਾਂਜੀ, ਮੇਰਾ ਬੇਟਾ ਕਹਿੰਦਾ ਯਾਰ ਹੁਣ ਆਪਾਂ ਐਂ ਕਰੀਏ ਵੀ ਮੈਂ ਤੁਹਾਡੇ ਨਾਲ ਹੀ ਰਹਿਣਾ ਤੇ ਆਪਾਂ ਇੱਕ ਵੱਡਾ ਘਰ ਇਹੋ ਜਿਹਾ ਬਣਾਈਏ ਜਿਹਦੇ ਵਿੱਚ ਆਪਾਂ ਸਾਰੇ ਜਿਹੜੇ ਹੈਗੇ 2 ਮਾਸਟਰ ਬੈਡਰੂਮ ਬਣਾਈਏ ਤੇ ਖੁੱਲ੍ਹਾ ਡੁੱਲਾ ਲਿਵਿੰਗ ਰੂਮ ਹੋਵੇ। ਉਹਦਾ ਬੈਕਯਾਰਡ ਬਹੁਤ ਘੱਟ ਸੀਗਾ ਤੇ ਇੱਕ ਬੈਕਯਾਰਡ ਦੀ ਸਾਡੀ ਬੜੀ ਭੁੱਖ ਸੀਗੀ। ਆਪਣੀ ਮਤਲਬ ਆਪ ਹੀ ਲਿਖਿਆ ਵੀ ਮਤਲਬ ਜਿਹੜੇ ਬਿਲਡਰ ਨਹੀਂ ਦਿੰਦਾ ਵੀ ਆਪ ਆਪਣੀ ਮਰਜ਼ੀ ਮੁਤਾਬਕ ਆ ਜੋ ਅਸੀਂ ਚਾਹੁੰਦੇ ਵੀ ਉਦਾਂ ਦਾ ਹੋਵੇ। ਬਿਲਕੁਲ। ਫਿਰ ਇਹ ਲਾਟ ਜਿਹੜਾ ਹੈਗਾ ਸਾਨੂੰ ਜਿਹੜੀ ਇੱਕ ਸੀਗਾ, ਫਿਰ ਅਸੀਂ ਦੂਜਾ ਇਹ ਮਤਲਬ ਸਾਨੂੰ ਇਸ ਤਰ੍ਹਾਂ ਦਾ ਲਾਟ ਮਿਲ ਗਿਆ ਜਿਹੜਾ ਸਾਨੂੰ ਚਾਹੀਦਾ ਸੀਗਾ, ਜਿਹੜਾ ਡੀਪ ਤੇ ਜਿੰਨਾ ਸਾਨੂੰ ਚਾਹੀਦਾ ਸੀਗਾ ਉਸ ਮੁਤਾਬਕ ਬਹੁਤ ਵਧੀਆ ਇਹ ਮਿਲ ਗਿਆ ਜੀ। ਫਿਰ ਅਸੀਂ ਤਕਰੀਬਨ ਜਿਹੜੀ ਹੈਗੀ ਹੈ ਇਸ ਨੂੰ 1.5 ਸਾਲ ਲੱਗਾ ਜੀ ਇਹਨੂੰ। ਸੁਪਰ ਲਗਜ਼ਰੀਅਸ ਹੋਮ ਆ ਇਹਦੇ ਪਿੱਛੇ, ਜਿੱਥੇ ਤੁਹਾਡਾ ਦਿਮਾਗ ਕੰਮ ਕੀਤਾ ਉੱਥੇ ਨਵੀਂ ਜਨਰੇਸ਼ਨ ਯਾਨੀ ਕਿ ਤੁਹਾਡੇ ਬੇਟੇ ਦਾ ਵੀ ਜਿਹੜਾ ਦੋਨਾਂ ਦਾ ਜੀ। ਹਾਂਜੀ। ਪਰ ਜਿੰਨਾ ਵੀ ਜਦੋਂ ਡਰਾਇੰਗ ਅਸੀਂ ਆਰਕੀਟੈਕਟ ਦਾ ਹਰ ਕੀਤਾ ਹੀ ਪਿਆ ਸੀਗਾ, ਤੇ ਉਸ ਤੋਂ ਇਲਾਵਾ ਜਿਹੜਾ ਜਦੋਂ ਆ ਜਾਂਦੇ ਸੀ ਸਾਰੀ ਫੈਮਿਲੀ ਬੈਠ ਜਾਂਦੇ ਸੀਗੇ ਵੀ ਇੱਥੇ ਮਾਸਟਰ ਬੈਡਰੂਮ ਆ, ਇੱਥੇ ਡਾਇਨਿੰਗ ਰੂਮ ਆ। ਹਰ ਇੱਕ ਨੇ ਆਪਣੀ ਆਪਣੀ ਇਨਪੁਟ ਪਾਈ ਉਹਦੇ ਵਿੱਚ ਜਿਹੜੀ ਹੈ। ਲੇਡੀਜ਼ ਨੇ ਆਪਣੀ ਪਾਈ, ਮੇਰੀ ਬੇਟੀ ਨੇ ਆਪਣੀ ਪਾਈ। ਉਹ ਕਹਿੰਦੀ ਉਹ ਆਪਣੇ ਕਮਰੇ ਨੂੰ ਲੈ ਕੇ ਬੜੀ ਕੌਨਸ਼ੀਅਸ ਸੀਗੀ, ਮੇਰਾ ਕਮਰਾ ਬੜਾ ਛੋਟਾ ਹੈਗਾ, ਉਸ ਦੇ ਕਮਰੇ ਨੂੰ ਤੁਹਾਨੂੰ ਦਿਖਾਈਏ ਤਾਂ ਉਹਦੇ 'ਚ ਹਰ ਇੱਕ ਮਤਲਬ ਪੂਰੀ ਕੰਧ ਦੇ ਵਿੱਚ ਪੂਰਾ ਵਾਰਡਰੋਬ ਬਣਾ ਕੇ ਦਿੱਤੀ ਹੈ। ਇੱਕ ਪਾਸੇ ਪੂਰਾ ਸ਼ੋਕੇਸ ਬਣਾ ਕੇ ਦਿੱਤਾ। ਉਹਨੂੰ ਸ਼ੌਕ ਹੈ ਕਿ ਉਹਨੂੰ ਅੱਛੇ ਜਿਹੜੇ ਪਰਸ ਹੈਗੇ ਆ, ਸ਼ੂਜ਼ ਹੈਗੇ ਨੇ, ਡਰੈਸਾਂ ਦਾ ਬਹੁਤ ਸ਼ੌਕ ਹੈ। ਇਹ ਜਿਹੜਾ ਤੁਸੀਂ ਦੱਸੋ ਕਿ ਇਸ ਲਗਜ਼ਰੀਅਸ ਹੋਮ ਦੇ ਵਿੱਚ ਜਿਹੜਾ ਹੁਣ ਇੱਕ ਤਾਂ ਇਹ ਚੀਜ਼ ਹੁੰਦੀ ਹੈ ਨਾ ਕਿ ਜਦੋਂ ਤੁਸੀਂ ਘਰ ਬਣਾ ਲਿਆ ਤੇ ਸੋਹਣਾ ਬਣਦਾ ਫੱਬਦਾ ਫਰਨੀਚਰ ਤੇ ਡੈਕੋਰੇਟ ਨਾ ਕੀਤਾ ਜਾਵੇ, ਤੇ ਆ ਮੈਂ ਦੇਖ ਰਿਹਾ ਵੀ ਕਿਸ ਤਰੀਕੇ ਨਾਲ ਤੁਸੀਂ ਡੈਕੋਰੇਟ ਕੀਤਾ। ਆ ਪੋਟ, ਲਾਈਟਸ, ਕੱਲੀ ਚੀਜ਼ ਜਿੱਦਾਂ ਲੱਗਦਾ ਕਿ ਵੀ ਚੁਣ ਕੇ ਕੀ ਕਿਵੇਂ ਇੰਟੀਰੀਅਰ ਡੈਕੋਰੇਟ। ਦੇਖੋ ਉਹਦੇ ਨਾਲ ਜਿਹੜੀ ਹੈਗੀ ਪਹਿਲਾਂ ਤਾਂ ਸਾਡੀ ਆਪਣੀ ਆਖੀ ਜਿਹੜੀ ਹੈਗੀ ਹੈ ਥੋੜੀ ਜੀ, ਕਿਉਂਕਿ ਅਸੀਂ ਟ੍ਰੇਡ ਚੋਸ 'ਚ ਹੈਗੇ, ਉਸ ਟ੍ਰੇਡ ਸੀਗੇ, ਤੇ ਸਾਡੇ ਨਾਲ ਕਈ ਜਿਹੜੇ ਹੈਗੇ ਆ ਇੰਟੀਰੀਅਰ ਡਿਜ਼ਾਈਨਰ ਕੰਮ ਕਰ ਦਿੰਦੇ ਆ, ਸਟੋਰ ਤੇ ਵੀ ਕਰਦੇ ਆ, ਅਸੀਂ ਘਰਾਂ 'ਚ ਵੀ ਜਾ ਕੇ ਕਰਦੇ ਹੈਗੇ ਆ। ਸਾਡੇ ਕੋਲ ਜਿਹੜੇ ਕਈ ਕਸਟਮਰ ਆਉਂਦੇ ਆ, ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਵੀ ਉਹਨਾਂ ਨੂੰ ਡੈਕੋਰੇਟ ਕਰਨ ਵਾਸਤੇ ਕਈ ਆਈਡੀਆਜ਼ ਦਿੰਨੇ ਹੈਗੇ ਆ। ਕਿਹੜੇ ਕਾਊਚ ਨਾਲ ਕਿਹੜਾ ਰਗ ਹੋਏਗਾ, ਕਿਹੜਾ ਮੈਚ ਕਰੇਗਾ, ਕਾਫੀ ਟੇਬਲ ਕਿਹੜਾ ਹੋਏਗਾ। ਤੁਸੀਂ ਹੁਣ ਜਿਹੜੀ ਹੈਗੀ ਆ, ਹੁਣ ਜਿਹੜਾ ਜੇ ਕੋਟ ਪੈਂਟ ਪਾਇਆ ਤਾਂ ਉਹਦੇ ਨਾਲ ਮੈਚਿੰਗ ਟਾਈ ਲਾਓਗੇ ਜਾਂ ਕੁਝ ਜਿਹੜੀ ਕੰਪਲੀਮੈਂਟ ਕਰੇ ਉਸ ਚੀਜ਼ ਨੂੰ ਜੀ। ਸੋ ਇਸੇ ਤਰ੍ਹਾਂ ਜਿਹੜਾ ਹੈਗਾ ਨਾ, ਇਹਦੇ ਵਿੱਚ ਵੀ ਜਿਹੜੀ ਹੈਗੀ ਹੈ ਕੁਛ ਤੇ ਜਿਹੜੀ ਹੈਗੀ ਸਾਡੀ ਆਪਣੀ ਜਿਹੜੀ ਵਿਰਾਸਤ ਵਿੱਚੋਂ ਮਿਲੀ ਹੈਗੀ ਹੈ ਸਾਨੂੰ ਇੰਟੀਰੀਅਰ ਡਿਜ਼ਾਈਨਿੰਗ ਦੀ ਮੁਹਾਰਤ ਉਹ ਹੈਗੀ ਹੈ। ਔਰ ਉਸ ਤੋਂ ਇਲਾਵਾ ਸਾਨੂੰ ਕੁਦਰਤੀ ਅੱਛੇ ਜਿਹੜੇ ਹੈਗੇ ਡਿਜ਼ਾਈਨਰ ਵੀ ਅੱਛੇ ਮਿਲੇ ਇਸ ਘਰ ਵਾਸਤੇ ਵੀ, ਠੀਕ ਹੈ, ਔਰ ਬਿਲਡਰ ਵੀ ਬਹੁਤ ਅੱਛਾ ਮਿਲਿਆ, ਜਿਹੜਾ ਕਿ ਜੇ ਕਈ ਵਾਰੀ ਬਣਨ ਤੋਂ ਬਾਅਦ ਦੇ ਵਿੱਚ ਵੀ ਕਹਿੰਦੇ ਸੀ ਵੀ ਆ ਸਾਨੂੰ ਯਾਰ ਇੱਥੋਂ ਠੀਕ ਨਹੀਂ ਲੱਗਦਾ, ਉਹਨੇ ਮਾਂ ਦੇ ਪੁੱਤ ਨੇ ਇੱਕ ਵਾਰੀ ਵੀ ਨਹੀਂ ਕਹਿਣਾ, ਉਹ ਕਹਿੰਦਾ ਰਿਮੂਵ ਕਰ ਦਿਓ ਇਸ ਨੂੰ ਜੀ, ਠੀਕ ਹੈ। ਦੂਸਰੇ ਦਿਨ ਦੂਸਰਾ, ਜਿਸ ਤਰ੍ਹਾਂ ਅਸੀਂ ਡਰਾਇੰਗ ਕੀਤਾ ਉਸ ਤਰ੍ਹਾਂ ਕਰਕੇ ਦੇਖਿਆ। ਕਈ ਵਾਰੀ ਜਿਹੜੀ ਇਹ ਇੱਕ ਚੀਜ਼ ਨੂੰ 3 ਵਾਰੀ ਜਿਹੜਾ ਹੈਗਾ ਤੋੜ ਕੇ ਅਸੀਂ ਬਣਾਇਆ, ਆਪਣੇ ਮੁਤਾਬਕ ਬਣਾਇਆ ਜੀ। ਸੋ ਇਹ ਇੱਕ ਰੂਹ ਹੈ, ਠੀਕ ਹੈ, ਜਿੱਥੇ ਸਾਡੀ ਹੁਣ ਵੱਸਦੀ ਹੈਗੀ ਆ। ਅਸੀਂ ਖੁਸ਼ ਹੈਗੇ, ਜੋ ਮਤਲਬ ਕ੍ਰੀਏਟ ਕੀਤਾ ਉਹ ਸਾਨੂੰ ਮਤਲਬ ਬਹੁਤ ਵਧੀਆ ਲੱਗ ਰਿਹਾ। ਉਹ ਸਾਨੂੰ ਜਿਸ ਤਰ੍ਹਾਂ ਸੋਚਿਆ ਸੀ ਉਸੇ ਤਰ੍ਹਾਂ ਹੀ ਬਣਿਆ। ਬਸ ਮੈਂ ਉਹੀ ਪੁੱਛਣ ਹੀ ਲੱਗਾ ਸੀ ਤੁਹਾਡੇ ਕੋਲੋਂ ਕਿ ਵੀ ਬੜੀਆਂ ਪੋਜ਼ਿਟਿਵ ਵਾਈਬਸ ਆਉਂਦੀਆਂ ਕਿ ਜਦੋਂ ਤੁਹਾਡੇ ਘਰ ਦੇ ਅੰਦਰ ਐਂਟਰ ਹੋਈਦਾ ਨਾ। ਕਈ ਵਾਰੀ ਹੁੰਦਾ ਨਾ ਕਿ ਵੀ ਜਦੋਂ ਬਾਹਰੋਂ ਆਪਾਂ ਦੇਖਦੇ ਆ ਨਾ ਕਿ ਵੀ ਬਹੁਤ ਵੱਡਾ, ਜਦੋਂ ਮੈਂ ਪਹਿਲਾਂ ਕਿਹਾ ਵੀ ਇਹ ਪੈਲਿਸ ਵਰਗਾ ਲੱਗਦਾ ਨਾ ਤਕੜਾ, ਜਦੋਂ ਅੰਦਰ ਐਂਟਰ ਹੋਈਦਾ ਹੈ ਨਾ, ਇੱਕ ਵਾਰੀ ਹੁੰਦਾ ਨਾ ਵੀ ਘਰ ਵੱਡੇ ਹੋਣ ਤੇ ਅੰਦਰ ਜਾ ਕੇ ਲੱਗਦਾ ਵੀ ਬਹੁਤ ਖੁੱਲਾ ਜਿਹਾ ਹੈ, ਤੇ ਪਰ ਉਸ ਤਰ੍ਹਾਂ ਨਹੀਂ, ਹਰੇਕ ਚੀਜ਼ ਬੜੀ ਆਰਗੇਨਾਈਜ਼ਡ, ਬੜਾ ਕੋਜ਼ੀ ਜਿਹਾ ਵਾਤਾਵਰਨ ਹੈ ਜੀ। ਚਾਹੁੰਦਾ ਜੀ ਵੱਡਾ ਪੈਮਾਨਾ ਹੋਵੇ, ਜਿੰਨਾ ਵੀ ਹੈਗਾ ਕਿਊਟ ਹੋਵੇ, ਉਹ ਨਾ ਡੀਟੇਲਡ ਹੋਵੇ ਪੂਰਾ ਉਦਾਂ ਹੀ ਜੀ। ਹਾਂਜੀ, ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਠੀਕ ਹੈ। ਤੇ ਮੈਂ ਤੁਹਾਡੇ ਸਟੋਰ ਦੇ ਉੱਪਰ ਵੀ ਗਿਆ, ਲੇਕਿਨ ਅੱਜ ਜਿਹੜਾ ਸਟੋਰ ਦੇ ਦਰਸ਼ਨ ਜਿਹੜੇ ਹੈਗੇ ਤੁਹਾਡੇ ਬਿਜ਼ਨਸ ਦੇ ਉਹ ਕਰਵਾਉਣੇ ਨੇ ਸਾਡੇ ਦਰਸ਼ਕਾਂ ਨੂੰ। ਤੇ ਤੁਹਾਡਾ ਜਿਹੜਾ ਸਟੋਰ ਆ ਉਹ ਵੀ ਮੇਰੇ ਖਿਆਲ ਨਾਲ ਜਦੋਂ ਐਂਟਰ ਹੋਈਦਾ ਵੀ ਉਹ ਵੀ ਕਹਿੰਦੇ ਹੁੰਦੇ ਨਾ ਕਿ ਵੀ ਉਹ ਵੀ ਇੱਕ ਪੰਜਾਬ 'ਚ ਛੋਟਾ
ਪਿੰਡ ਹੁੰਦਾ ਨਾ ਉੱਡਾ ਤਕੜਾ ਤੁਹਾਡਾ ਜਿਹੜਾ ਸਟੋਰ ਆ ਉਹ ਵੀ ਬੜਾ ਆਰਗੇਨਾਈਜ਼ਡ ਹੈ ਜੀ। ਉਹ ਵੀ ਮੇਰਾ ਪੈਸ਼ਨ ਹੈ ਜੀ, ਮੇਰੀ ਵਾਈਫ ਦਾ ਪੈਸ਼ਨ ਹੈ। ਐਕਚੁਅਲੀ ਤੌਰ ਤੇ ਅਸੀਂ ਇੱਕ ਮੋਟੀ ਚੀਜ਼ਾਂ ਜਿਵੇਂ ਸੋਫਾ ਸੈੱਟ ਹੈ, ਬੈਡਰੂਮ ਸੈੱਟ ਹੈ, ਡਾਈਨਿੰਗ ਰੂਮ ਸੈੱਟ ਹੈ, ਉਹ ਅਸੀਂ ਇੱਕ ਜਚਾ ਦੇਣਾ, ਰੱਖ ਦੇਣਾ। ਉਸ ਤੋਂ ਬਾਅਦ ਜਿੰਨਾ ਵੀ ਡਿਕੋਰ ਕਰਨਾ ਹੈਗਾ ਉਹ ਮੇਰੀ ਵਾਈਫ ਦਾ ਕੰਮ ਹੈ। ਠੀਕ ਹੈ। ਸੋ ਉਹਦਾ ਪੈਸ਼ਨ ਹੈ, ਉਹ ਕਈ ਵਾਰੀ ਕਸਟਮਰ ਨੂੰ ਭੁੱਲ ਜਾਂਦੀ ਹੈ ਇਹ ਚੀਜ਼ ਨੂੰ ਸਜਾਉਣਾ ਕਿਵੇਂ ਹੈ। ਉਹਦਾ ਇੱਕ ਤਰ੍ਹਾਂ ਦਾ ਸੁਪਨਾ ਹੋ ਜਾਂਦਾ ਵੀ ਮੈਂ ਇਸ ਨੂੰ ਕਿਸੇ ਤਰੀਕੇ ਦੇ ਨਾਲ ਵੀ ਇਸ ਨੂੰ ਕਿਹੜੀਆਂ ਤਰੀਕਿਆਂ ਦੇ ਨਾਲ ਮੈਂ ਇਸ ਨੂੰ ਵਧੀਆ ਤੋਂ ਵਧੀਆ ਸੈੱਟ ਕਰ ਸਕਦਾ। ਨਹੀਂ ਸੱਚਮੁੱਚ ਜੈਕ ਭਾਜੀ ਜਦੋਂ ਨਾ ਤੁਹਾਡੇ ਸਟੋਰ ਦੇ ਵਿੱਚ ਜਾਈਦਾ ਨਾ ਪੁਰਬਾ ਫਰਨੀਚਰ ਦੇ ਵਿੱਚ ਤੇ ਜਦੋਂ ਐਂਟਰ ਹੁੰਦੇ ਸਾਰੀ ਹਾਂਜੀ ਬੜਾ ਸੋਹਣਾ ਫੀਲ ਆਉਂਦਾ, ਅੱਖਾਂ ਨੂੰ ਵੇਖ ਕੇ ਲੱਗਦਾ ਜੀ ਵਾਹ ਵਾਹ ਕੀ ਬਾਤ ਹੈ। ਬੜਾ ਖੂਬਸੂਰਤੀ ਨਾਲ ਫਰਨੀਚਰ ਟਿਕਾਇਆ ਤੇ ਸਜਾਇਆ ਗਿਆ ਤੇ ਕਿੰਨੀ ਤਰ੍ਹਾਂ ਦੀ ਉੱਥੇ ਵੈਰਾਈਟੀਜ਼ ਹੈਗੀਆਂ ਨੇ ਤੇ ਬੜਾ ਸੋਹਣਾ ਲੱਗਦਾ। ਹੁਣ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਦੂਸਰੇ ਸਟੋਰਸ ਬਾਰੇ ਵੀ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਜੀ। ਦੂਸਰਾ ਹੈਗਾ ਜੀ ਆਪਣਾ ਜਿਹੜਾ ਮੇਰੇ ਬੇਟੇ ਦਾ ਬਿਜ਼ਨਸ ਹੈਗਾ ਵਿਜ਼ਨ ਐਕਸਪ੍ਰੈਸ, ਜਿਹੜਾ ਕਿ ਐਨਕਾਂ ਦੇ ਸਟੋਰ ਨੇ, ਔਰ ਇਹ ਵੀ ਜਿਹੜੀ ਹੈਗੀ ਹੈ ਤਕਰੀਬਨ ਉਸ ਦੀਆਂ 9 ਲੋਕੇਸ਼ਨਾਂ ਹੋ ਗਈਆਂ ਜੀ। ਵਾਹ, ਇੱਕ ਵੈਨਕੂਵਰ ਹੈਗੀ ਹੈ, ਬਾਕੀ GTA ਦੇ ਵਿੱਚ ਹੈਗੀਆਂ 7-8 ਲੋਕੇਸ਼ਨਾਂ ਜੀ। ਸੋ ਉਹ ਵੀ ਬੜੀ ਕਾਮਯਾਬੀ ਨਾਲ ਜਿਹੜਾ ਹੈਗਾ ਕੰਮ ਕਰ ਰਿਹਾ। ਉਹਦੇ 'ਚ ਵੀ ਮੇਰੇ ਵਾਲਾ ਪੈਸ਼ਨ ਹੈ ਜੀ। ਉਹਨੂੰ ਵੀ ਮੈਨੂੰ ਫਰਨੀਚਰ ਦਾ ਸੀਗਾ ਕਿਉਂਕਿ ਮੈਨੂੰ ਟ੍ਰੇਡ ਹੀ ਫਰਨੀਚਰ ਦਾ ਮਿਲ ਗਿਆ ਸੀਗਾ, ਪਰ ਲੇਕਿਨ ਉਹਦੀ ਇੱਕ ਚੁਆਇਸ ਸੀਗੀ, ਉਹ ਫਰਨੀਚਰ ਵਾਲਾ ਵੀ ਡਿਵੈਲਪ ਕਰ ਸਕਦਾ ਸੀਗਾ, ਪਰ ਲੇਕਿਨ ਉਹਨੇ ਸੋਚਿਆ ਕਿ ਇਹ ਯਾਰ ਮੇਰੇ ਵਾਸਤੇ ਭਾਰਾ ਕੰਮ ਹੈ ਤੇ ਉਹ ਫਿਰ ਜਿਹੜਾ ਹੈਗਾ ਉਹ ਆਪਟੀਕਲ ਲਾਈਨ ਦੇ ਵਿੱਚ ਚਲਾ ਗਿਆ। ਆਪਟੀਕਲ ਲਾਈਨ ਦੇ ਵਿੱਚ ਵੀ ਉਸਨੇ ਜਿਹੜੀਆਂ ਬਹੁਤ ਤਰੱਕੀ ਕੀਤੀਆਂ। ਔਰ ਤੁਸੀਂ ਖੁਸ਼ ਹੋ ਪੂਰੇ ਆਪਣੇ ਪੁੱਤਰ ਤੋਂ ਕਿ ਵੀ ਜੋ ਮੈਂ ਚਾਹੁੰਦਾ ਸੀ ਵੀ ਉਦਾਂ ਦਾ ਫਰਜ਼ੰਦ ਮਿਲਿਆ ਮੈਨੂੰ? ਨਹੀਂ, ਮੈਨੂੰ ਕੋਈ ਸ਼ਿਕਾਇਤ ਨਹੀਂ ਹੈਗੀ। ਠੀਕ ਹੈ। ਉਸ ਤੇ ਉਹ ਆਪਣੇ ਕੰਮ ਦਾ ਇੱਕ ਪੂਰਾ ਕਰਿੰਦਾ ਹੈ। ਠੀਕ ਹੈ। ਔਰ ਬਿਲਕੁਲ ਆਪਣੇ ਟ੍ਰੇਡ ਦੇ ਵਿੱਚ ਪੂਰਾ ਫਿੱਟ ਹੈ। ਉਹ ਪੰਜਾਬੀ 'ਚ ਵੀ ਸਹੀ ਬੋਲਦਾ, ਅੰਗਰੇਜ਼ੀ 'ਚ ਵੀ ਬੋਲਦਾ, ਉਹ ਬਾਇਲੈਂਗੁਅਲ ਹੈ ਕਿਉਂਕਿ ਇੱਥੋਂ ਦੇ ਜੰਮੇ ਪਲੇ ਹੈਗੇ ਆ। ਬਿਲਕੁਲ। ਸੋ ਆਪਣੇ ਬਿਜ਼ਨਸ ਦਾ ਮਾਸਟਰ ਹੈ। ਠੀਕ ਹੈ। ਉਹ ਆਪਣੇ ਬਿਜ਼ਨਸ ਦੇ ਵਿੱਚ ਜਿਹੜਾ ਹੈਗਾ ਬਹੁਤ ਵਧੀਆ ਕਰ ਰਿਹਾ ਹੈਗਾ। ਔਰ ਮੈਂ ਜਿਸ ਤਰ੍ਹਾਂ ਕਿ ਐਜ਼ ਏ ਪੇਰੈਂਟਸ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਵੀ ਬੱਚੇ ਜੇ ਤਰੱਕੀ ਕਰਦੇ ਹੈਗੇ ਤੇ ਮਾਪਿਆਂ ਨੂੰ ਨੈਚੁਰਲੀ ਖੁਸ਼ੀ ਹੁੰਦੀ ਹੈ ਜੀ। ਉਹ ਬਾਪ ਪਰ ਪੂਤ ਔਰ ਪਿਤਾ ਪਰ ਇਦਾਂ ਦਾ ਸੀ ਨਾ, ਕੋੜਾ ਥੋੜਾ ਹੈ ਨਾ ਜੀ। ਅੱਛਾ, ਇਹ ਮੈਂ ਜਦੋਂ ਵੀ ਬੋਲਦਾ ਮੈਂ ਭੁੱਲ ਜਾਂਦਾ ਨਾ ਕੈਮਰੇ ਦੇ ਅੱਗੇ। ਅੱਛਾ, ਮੈਂ ਤੁਹਾਡੇ ਕੋਲ ਹੋਰ ਇੱਕ ਪੁੱਛਣਾ ਚਾਹੁੰਦਾ ਕਿ ਵੀ ਕਾਰਾਂ ਦਾ ਜਿਹੜਾ ਵੀ ਇਹ ਸ਼ੌਂਕ ਕਿੰਨੂੰ ਆ ਤੁਸੀਂ, ਮਤਲਬ ਜਿੱਦਾਂ ਆਪਾਂ ਪਹਿਲਾਂ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਕਿ 8-9 ਗੱਡੀਆਂ ਤੁਹਾਡੇ ਘਰ ਖੜੀਆਂ, ਹਰੇਕ ਬ੍ਰਾਂਡ ਮਤਲਬ ਜਿਹੜੀ ਬੰਦਾ ਗੱਡੀ ਲੈਣੀ ਚਾਹੁੰਦਾ ਕਿ ਵੀ ਕਿ ਫਲਾਣੀ ਜੀ ਮੇਰੇ ਕੋਲ ਰੇਂਜ ਰੋਵਰ ਹੋਵੇ, ਬੈਂਟਲੀ ਹੋਵੇ, ਲੈਂਬਰਗਿਨੀ, ਮਤਲਬ ਹਰੇਕ ਨੌਜਵਾਨ ਦਾ ਸੁਪਨਾ ਹੀ ਆ ਵੀ ਕਈ ਵਾਰੀ ਸਾਰੇ ਵਿਚਾਰਿਆਂ ਦਾ ਕਹਿੰਦੇ ਹੁੰਦੇ ਆ ਵੀ ਸੁਪਨਾ ਹੀ ਰਹਿ ਜਾਂਦਾ ਵਾ, ਲੈ ਹੀ ਨਹੀਂ ਹੁੰਦੀ। ਤੁਹਾਡੇ ਕੋਲ ਹਰੇਕ ਤਰ੍ਹਾਂ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਨੇ। ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਵੀ ਸਾਡੇ ਨਾਲ ਬਹੁਤ ਸਾਰੇ ਸੱਜਣ ਚੱਲੇ ਸੀਗੇ ਜਦੋਂ ਅਸੀਂ ਹਾਊਸ ਚੋਂ ਜਿੱਥੋਂ ਅਸੀਂ ਕੰਮ ਛੱਡਿਆ ਨਾ ਜੀ, ਤਕਰੀਬਨ 4-5 ਬੰਦੇ ਚੱਲੇ ਸੀਗੇ ਅਸੀਂ ਇਕੱਠੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀਗੇ ਜੀ। ਪਰ ਕਈ ਵਿਚਾਰੇ ਵਿਚਾਲੇ ਛੱਡ ਗਏ, ਪਰ ਲੇਕਿਨ ਮੇਰਾ ਖਿਆਲ ਹੈ ਵੀ ਉਹੀ ਗੱਲ ਆ ਜਾਂਦੀ ਹੈ ਵੀ ਸ਼ਾਇਦ ਪ੍ਰਮਾਤਮਾ ਦਾ ਹੱਥ ਸੀਗਾ ਤੇ ਸਾਨੂੰ ਨਾਲ ਦੀ ਨਾਲ ਸਹਾਰਾ ਮਿਲਦਾ ਰਿਹਾ। ਤੇ ਅੱਜ ਜਿਹੜੇ ਹੈਗੇ ਜੀ ਉਹ ਕਾਰਾਂ ਵੀ ਹੈਗੀਆਂ ਨੇ, ਘਰ ਵੀ ਹੈਗਾ, ਮਕਾਨ ਵੀ ਹੈਗਾ, ਬੱਚੇ ਵੀ ਹੈਗੇ ਆ। ਪ੍ਰਮਾਤਮਾ ਦਾ ਹਰ ਤਰੀਕੇ ਦੇ ਨਾਲ ਇੱਕ ਧੰਨਵਾਦ ਹੀ ਅਸੀਂ ਘੱਟ ਕਰਦੇ ਹਾਂ, ਉਹ ਜਿਹੜਾ ਕਿ ਸਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ। ਤੇ ਬਹੁਤ ਸਾਰੇ ਜਿਹੜੀ ਹੈਗੀ ਖੁਸ਼ੀਆਂ ਸਾਨੂੰ ਦਿੱਤੀਆਂ ਜੀ। ਜੈਕ ਭਾਜੀ, ਪਹਿਲਾ ਜਿਹੜਾ ਆਪਣਾ ਸੈਗਮੈਂਟ ਹੈ ਹੋ ਗਿਆ ਖਤਮ, ਤੇ ਮੈਂ ਕਹਿੰਦਾ ਵੀ ਕਿਉਂ ਨਾ ਵੀ ਤੁਹਾਡੀ ਕਾਰ ਦੇ ਉੱਪਰ ਝੂਟਾ ਯਾਨੀ ਕਿ ਰਾਈਡ ਲਈ ਜਾਵੇ ਤੇ ਪਸੰਦ ਮੈਂ ਕਰੂੰਗਾ ਅੱਜ ਫਿਰ ਕਿਹੜੀ ਕਾਰ ਦੇ ਉੱਤੇ ਮੈਂ ਜਾਣਾ ਵਾ, ਤੇ ਫਿਰ ਨਾਲ ਤੁਹਾਡੇ ਸਟੋਰ ਨੂੰ ਚੱਲਦੇ ਆ ਤੇ ਕਾਰ 'ਚ ਗੱਲਾਂ ਬਾਤਾਂ ਆਪਾਂ ਕਰਦੇ ਆ ਤੇ ਨਾਲ ਫਿਰ ਤੁਹਾਡਾ ਸਟੋਰ ਵੀ ਦਿਖਾਉਣੇ ਆ। ਤੇ ਫਿਰ ਹੁਣ ਆਪਾਂ ਜਿਹੜਾ ਜੀ ਕਿਉਂ ਨਾ ਤੁਹਾਡੇ ਆਫਿਸ ਤੇ ਸਟੋਰ ਵੱਲ ਨੂੰ ਚੱਲੇ ਪਾਏ ਜਾਣ ਜੀ। ਠੀਕ ਹੈ ਜੀ। ਸੋ ਆਓ ਜੀ, ਇੱਕ ਤਾਂ ਤੁਹਾਨੂੰ ਹੁਣ ਇਸ ਸੈਗਮੈਂਟ ਤੋਂ ਬਾਅਦ ਜੈਕ ਭਾਜੀ ਦੀ ਜਿਹੜੀ ਕਾਰਾਂ ਦੀ ਕਲੈਕਸ਼ਨ ਉਹ ਦਿਖਾਉਣੇ ਆ ਤੇ ਨਾਲੇ ਕਾਰ 'ਚ ਲੈਨੇ ਰਾਈਡ ਤੇ ਸਟੋਰ ਨੂੰ ਚੱਲਦੇ ਆ ਤੇ ਕਾਰ ਦੇ ਵਿੱਚ ਹੀ ਵੀ ਇਹਨਾਂ ਦੇ ਨਾਲ ਫਿਰ ਗੁਫ਼ਤਗੂ ਜਿਹੜੀ ਜਾਰੀ ਰਹੇਗੀ। ਸੋ ਆਹ ਛੋਟੀ ਜਿਹਾ ਵਕਫਾ ਲੈ ਲਈਏ ਤੇ ਫਿਰ ਮਿਲਦੇ ਆ ਇਸ ਵਕਫੇ ਤੋਂ ਬਾਅਦ। ਵਾਹ ਜੀ ਵਾਹ, ਆ ਤੁਸੀਂ ਦੇਖ ਸਕਦੇ ਹੋ ਜੈਕ ਪੁਰਬਾ ਹੁਣਾਂ ਦੀ ਕਾਰਾਂ ਦੀ ਜਿਹੜੀ ਕਲੈਕਸ਼ਨ ਹੈ ਤੇ ਇੱਥੇ ਖੜੀ ਹੈ ਜੀ ਆ ਬੈਂਟਲੀ, ਔਰ ਇੱਕ ਬਿਜ਼ਨਸਮੈਨ ਟਾਈਕੂਨ ਜਿਹੜੇ ਹੈਗੇ ਨੇ ਤੇ ਉਹਨਾਂ ਦੀ ਖਾਸ ਚੁਆਇਸ ਹੁੰਦੀ ਹੈ। ਉਸ ਤੋਂ ਪਿੱਛੇ ਖੜੀ ਹੈ ਜੀ ਰੇਂਜ ਰੋਵਰ ਔਰ ਨਾਲ ਮਰਸੀਡੀਜ਼ ਤੇ ਇੱਧਰ ਐਕੁਰਾ ਦੀ RDX ਹੈ। ਆ ਜਿਹੜੀਆਂ ਹੁਣ ਦੋ ਖਾਸ ਕਾਰਾਂ ਜਿਹੜੀਆਂ ਨੇ
ਯੰਗਸਟਰ ਦੀ ਸਭ ਤੋਂ ਪਹਿਲੀ ਪਸੰਦ, ਡਾਈ ਹਾਰਡ ਫੈਨ ਨੇ ਅੱਜ ਕੱਲ੍ਹ ਦੇ ਜਿਹੜੀ ਨੌਜਵਾਨ ਪੀੜ੍ਹੀ ਆ। ਲੈਂਬਰਗਿਨੀ ਖੜੀ ਹੈ ਜੀ ਉੱਪਰ, ਔਰ ਥੱਲੇ ਰੋਲਸ ਰॉयस। ਸੋ ਜਿਹੜੀਆਂ ਤਿੰਨ ਕਾਰਾਂ ਨੇ, ਬੈਂਟਲੀ, ਲੈਂਬਰਗਿਨੀ ਔਰ ਰੋਲਸ ਰॉयस। ਜੇ ਮੈਂ ਇਹ ਕਹਿ ਲਵਾਂ ਕਿ ਇਸ ਇੱਕ ਕਾਰ ਦੀ ਇੰਨੀ ਕੁ ਕੀਮਤ ਹੈ ਕਿ ਕੈਨੇਡਾ ਦੇ ਵਿੱਚ ਇੱਕ ਛੋਟਾ ਜਿਹੜਾ ਘਰ ਹੈ ਜੀ, ਉਹ ਖਰੀਦਿਆ ਜਾ ਸਕਦਾ ਇਸ ਕੱਲੀ ਕਾਰ ਦੀ ਕੀਮਤ ਦੇ ਨਾਲ। ਜੇ ਨਿੱਜੀ ਤੌਰ ਦੇ ਉੱਪਰ ਮੈਂ ਆਪਣੀ ਪਸੰਦ ਦੱਸਾਂ, ਵੈਸੇ ਤੁਸੀਂ ਸੋਚ ਰਹੇ ਨੇ ਵੀ ਤੇਰੀ ਪਸੰਦ ਕਿਹਨੇ ਪੁੱਛੀ ਆ, ਪਰ ਜੇ ਮੈਂ ਨਿੱਜੀ ਤੌਰ ਤੇ ਆਪਣੀ ਪਸੰਦ ਦੱਸਾਂ ਤਾਂ ਮੇਰੀ ਪਸੰਦ ਦੀ ਗੱਡੀ ਰੋਲਸ ਰॉयस ਐਂਡ ਬੈਂਟਲੀ ਖੜੀ ਹੈ। ਸੋ ਚਾਹੁੰਦਾ ਤਾਂ ਮੈਂ ਵੈਸੇ ਇਹ ਵੀ ਸੀਗਾ, ਹੁਣ ਦੁਜਿੱਤੀ ਦੇ ਵਿੱਚ ਆ, ਮੰਨ ਕੇ ਇੱਥੇ ਜਾਇਆ ਜਾਵੇ ਜਾਂ ਉੱਥੇ ਜਾਇਆ ਜਾਵੇ, ਪਰ ਇੱਥੇ ਪਿੱਛੇ ਹੁਣ ਖੜੀ ਹੈ ਜੀ ਰੇਂਜ ਰੂਵਰ। ਸੋ ਗੱਡੀ ਕੱਢਣ ਵਾਸਤੇ ਬੜਾ ਉਦਮ ਕਰਨਾ ਪੈਣਾ ਹੈ, ਤੇ ਬੈਂਟਲੀ ਇੱਥੇ ਖੜੀ ਹੈ। ਸੋ ਜੈਕ ਭਾਜੀ, ਹਾਂਜੀ ਸਰ, ਕਿਉਂ ਨਾ ਫਿਰ ਅੱਜ ਇੱਥੇ ਗੱਲਾਂ ਬਾਤਾਂ ਕਰਦੇ, ਇੱਥੇ ਝੂਟਾ ਦਵਾਓ, ਇੱਥੇ ਨਾਲੇ ਗੱਲਾਂ ਬਾਤਾਂ ਕਰਦੇ ਆ। ਤੇ ਲਓ ਜੀ, ਹੁਣ ਅਸੀਂ ਜਗਸੀਰ ਭਾਜੀ ਨਾਲ, ਯਾਨੀ ਕਿ ਜੈਕ ਪੁਰਬਾ ਹੋਣਾ ਦੇ ਨਾਲ, ਉਹਨਾਂ ਦੇ ਫਰਨੀਚਰ ਸਟੋਰ ਜਾ ਰਹੇ ਹਾਂ, ਔਰ ਉਹਨਾਂ ਦੀ ਆਲੀਸ਼ਾਨ ਜਿਹੜੀ ਗੱਡੀ ਹੈ ਬੈਂਟਲੀ, ਉਹਦੀ ਰਾਈਡ ਦਾ ਆਨੰਦ ਲੈ ਰਹੇ ਹਾਂ, ਝੂਟਾ ਲੈ ਰਹੇ ਹਾਂ ਜੀ। ਔਰ ਤੁਸੀਂ ਦੇਖ ਸਕਦੇ ਕਿਆ ਖੂਬਸੂਰਤ ਇੰਟੀਰੀਅਰ ਹੈ ਇਹਦਾ, ਔਰ ਬਾਹਰ ਵੀ ਜਿਹੜਾ ਵੈਦਰ ਆ ਉਹ ਵੀ ਬੜਾ ਪਲੇਜ਼ੈਂਟ ਜਿਹਾ ਹੋ ਗਿਆ। ਇੱਥੇ ਵੈਸੇ ਕੈਨੇਡਾ ਦੇ ਵਿੱਚ ਨਾ ਇੱਕ ਬੜੀ ਘਸੀ ਪਿੱਟੀ ਕਹਾਵਤ ਹੈਗੀ ਆ, ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦੇਣਾ। ਇੱਥੇ ਕਹਿੰਦੇ ਵੀ 3W ਦਾ ਭਰੋਸਾ ਨਹੀਂਗਾ, ਵਰਕ, ਵਾਈਫ ਤੇ ਵੈਦਰ। ਔਰ ਜੇ ਕੰਮ ਦੀ ਔਰ ਵਾਈਫ ਦੀ ਗੱਲ ਕਰੀਏ ਤਾਂ ਜੈਕ ਪੁਰਬਾ ਹੁਣਾਂ ਨੂੰ ਇਹਨਾਂ ਦੋਨਾਂ ਦਾ ਬਹੁਤ ਸਾਥ ਮਿਲਿਆ, ਤੇ ਜੇ ਵੈਦਰ ਦੀ ਗੱਲ ਕਰੀਏ ਤਾਂ ਵੈਦਰ ਸੱਚਮੁੱਚ ਅੱਜ ਬੜਾ ਪਲੇਜ਼ੈਂਟ ਹੈ, ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਆ। ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਭਾਜੀ ਕਿ ਵੀ ਤੁਸੀਂ ਜਿੱਦਾਂ ਸ਼ੁਰੂ ਦੇ ਵਿੱਚ ਦੱਸਿਆ ਸੀ ਗੈਰਾਜ ਤੋਂ ਤੁਸੀਂ ਸ਼ੁਰੂ ਕੀਤਾ, ਔਰ ਹੁਣ ਵਿਜ਼ਨ ਐਕਸਪ੍ਰੈਸ ਨਾਂ ਦੇ ਵੀ ਸਟੋਰ ਹੈਗੇ, ਤੁਹਾਡਾ ਬੇਟਾ ਸੰਭਾਲ ਰਿਹਾ, ਔਰ ਨਾਲ ਫਰਨੀਚਰ ਦੇ ਸਟੋਰ ਨੇ, ਉਧਰ ਆਪਾਂ ਜਾ ਰਹੇ ਹਾਂ ਔਰ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਮਤਲਬ ਫਰਨੀਚਰ ਦਾ ਐਡਾ ਆਲੀਸ਼ਾਨ ਸਟੋਰ ਸਜਾਇਆ ਹੋਇਆ। ਕਿੰਨੇ ਵਰਕਰ ਜਿਹੜੇ ਆ ਉਹ ਤੁਹਾਡੇ ਕੋਲ ਫਰਨੀਚਰ ਸਟੋਰ ਦੇ ਵਿੱਚ ਕੰਮ ਕਰ ਰਹੇ, ਔਰ ਕਿੰਨੇ ਜਿਹੜੇ ਹੈਗੇ ਨੇ ਵਿਜ਼ਨ ਐਕਸਪ੍ਰੈਸ ਦੇ ਵਿੱਚ ਕਰ ਰਹੇ ਨੇ ਜੀ ਕੰਮ? ਹਾਂਜੀ ਸਪਨ ਜੀ, ਇਸ ਤਰ੍ਹਾਂ ਹੈ ਕਿ ਆਪਣੇ ਕੋਲੇ ਜਿਹੜੀ ਹੈਗੀ ਹੈ ਜੀ ਮੈਨੂਫੈਕਚਰਿੰਗ ਵੀ ਹੈਗੀ ਹੈ ਔਰ ਰੀਟੇਲ ਸਟੋਰ ਵੀ ਸੀਗੇ। ਅਸੀਂ ਕਿਉਂਕਿ ਮੇਰਾ ਬੇਟਾ ਜਿਹੜਾ ਹੈਗਾ ਉਹ ਵਿਜ਼ਨ ਐਕਸਪ੍ਰੈਸ ਚਲਾ ਗਿਆ ਸੀਗਾ, ਸੋ ਇਸ ਕਰਕੇ ਮੈਂ ਸਾਰੇ ਸਟੋਰ ਜਿਹੜੇ ਹੈਗੇ ਨਾ ਇੱਕ ਟਾਈਮ ਤੇ ਆ ਕੇ ਜਿਹੜੇ ਹੈਗੇ ਡਿਸਪੋਜ਼ ਕਰਤੇ ਸੀਗੇ। ਠੀਕ ਹੈ ਜੀ। ਔਰ ਸਾਡੇ ਕੋਲ ਮੈਨੂਫੈਕਚਰਿੰਗ ਪਲਾਂਟ ਹੈ ਜਿੱਥੇ ਕਿ ਤਕਰੀਬਨ ਇਸ ਵੇਲੇ 140 ਬੰਦੇ ਕੰਮ ਕਰਦੇ ਆ ਉੱਥੇ। ਵਾਹ ਜੀ ਵਾਹ। ਔਰ ਜਿਹੜਾ ਵਿਜ਼ਨ ਐਕਸਪ੍ਰੈਸ ਹੈ ਉਸ ਦੇ ਉੱਤੇ ਵੀ ਤਕਰੀਬਨ 40 ਤੋਂ ਲੈ ਕੇ 50 ਬੰਦੇ ਕੰਮ ਕਰਦੇ ਹੈਗੇ ਆ, ਔਰ ਫਰਨੀਚਰ ਰੀਟੇਲ ਸਟੋਰ ਦੇ ਉੱਤੇ ਵੀ ਤਕਰੀਬਨ ਸਾਡੇ ਕੋਲ 10-12 ਬੰਦੇ ਕੰਮ ਕਰਦੇ ਹੈਗੇ। ਦੇਖੋ ਜੀ, ਸਾਡੇ ਕੋਲੇ ਮੋਸਟਲੀ ਜਿਹੜਾ ਹੈ ਨਾ, ਜਦੋਂ ਅਸੀਂ ਕੰਮ ਸ਼ੁਰੂ ਕੀਤਾ ਹੈਗਾ ਮੈਨੂਫੈਕਚਰਿੰਗ ਦਾ, ਸਾਡੇ ਕੋਲੇ ਜਿੰਨੇ ਵੀ ਚਾਚੇ ਤਾਏ ਭਾਂਜੇ ਭਾਂਜੀਆਂ ਉਹਨਾਂ ਦੇ ਗਾਂ ਬੱਚੇ ਜਿਹੜੇ ਹੈਗੇ ਆ, ਜਦੋਂ ਵੀ ਆਉਂਦੇ ਆ ਉਹ ਸ਼ੁੱਕਰਵਾਰ ਨੂੰ ਉਤਰਦੇ ਆ ਤੇ ਸੋਮਵਾਰ ਨੂੰ ਕੰਮ ਤੇ ਹੁੰਦੇ ਹੈਗੇ। ਵਾਹ ਜੀ ਵਾਹ। ਸੋ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਜਿੰਨੇ ਸਾਡੇ ਜਿਹੜੇ ਲਾਗਲੇ ਪਿੰਡਾਂ ਦੇ ਆਏ ਜਾਂ ਕੋਟਕਪੂਰਾ ਜਿੱਥੋਂ ਮੈਂ ਮਤਲਬ ਬੌਰ ਨਾਲ ਜੰਮਿਆ ਪਲਿਆ ਹੈਗਾ, ਉੱਥੋਂ ਆ ਕੇ ਮੈਨੂੰ ਕੋਈ ਵੀ ਕਹਿੰਦਾ ਹੈ ਕਿ ਮੈਂ ਕੋਟਕਪੂਰੇ ਤੋਂ ਆਇਆ, ਤਾਂ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਹੈਗਾ ਰੋਜ਼ਗਾਰ ਉੱਥੇ ਦਿੱਤਾ ਜਾਵੇ। ਸੋ ਇਸੇ ਤਰ੍ਹਾਂ ਸਾਡੇ ਭੈਣ ਭਰਾਵਾਂ ਨੂੰ ਆਪਦੇ ਭੈਣ ਭਰਾਵਾਂ ਨੂੰ ਤਾਂ ਦੇਣਾ ਹੀ ਦੇਣਾ ਹੈ, ਪਰ ਲੇਕਿਨ ਮੈਂ ਜਦੋਂ ਉਹਨਾਂ ਬੱਚਿਆਂ ਦੀ ਜਿਹੜੀ ਹੈਗੀ ਜਿਹੜੇ ਸਿਰਫ ਨਾਂ ਸੁਣ ਕੇ ਆਉਂਦੇ ਆ ਕਿ ਮੈਂ ਪੰਜ ਗਰਾਈਆਂ ਤੋਂ ਆਇਆ, ਮੈਂ ਬਾਘੇ ਪੁਰਾਣੇ ਤੋਂ ਆਇਆ ਜਾਂ ਮੋਗੇ ਤੋਂ ਆਇਆ, ਤੇ ਸਾਨੂੰ ਬੜਾ ਮਹਿਸੂਸ ਹੁੰਦਾ ਵੀ ਚਲੋ ਯਾਰ ਕਿਸ ਸਾਡਾ ਉੱਥੇ ਨਾਂ ਸੁਣ ਕੇ ਆਏ ਆ, ਤੇ ਇਹਨਾਂ ਦੀ ਸਾਨੂੰ ਜਿਹੜੀ ਕਿ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ, ਜੇ ਮੇਰੇ ਕੋਲ ਨਹੀਂ ਹੈਗਾ ਤਾਂ ਕਿਤੇ ਨਾ ਕਿਤੇ ਆਸੇ-ਪਾਸੇ ਪੁੱਛ ਕੇ ਆਪਣੇ ਯਾਰ ਦੋਸਤ ਭੈਣ ਭਰਾ ਜਿਹੜੇ ਹੋਰ ਹੈਗੇ ਸਾਡੇ ਕੰਮਕਾਰ ਕਰਦੇ ਹੈਗੇ, ਉਹਨਾਂ ਦੇ ਵਿੱਚ ਐਡਜਸਟ ਕਰਾਉਣ ਦੀ ਕੋਸ਼ਿਸ਼ ਜ਼ਰੂਰ ਕਰੀਦੀ। ਪਰ ਮੈਨੂੰ ਕਿਤੇ ਭਾਈਚਾਰੇ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਵੀ ਹੈ ਕਿ ਜੈਕ ਪੁਰਬਾ ਹੁਣੀ ਆਪਣੇ ਇਲਾਕੇ ਦੇ ਵਿੱਚ ਗਰੀਬ ਕੁੜੀਆਂ ਦੇ ਵਿਆਹ ਕਰਦੇ ਨੇ ਔਰ ਗਰੀਬਾਂ ਨੂੰ ਪੜਾਉਂਦੇ ਨੇ। ਸੋ ਤੁਸੀਂ ਇਹ ਲੁਕਮਾ ਰੱਖਦੇ, ਮੈਨੂੰ ਪਤਾ ਜ਼ਾਹਿਰ ਨਹੀਂ ਕਰਦੇ, ਪਰ ਅਸੀਂ ਜਾਣਨਾ ਚਾਹੁੰਦੇ ਕਿਉਂਕਿ ਇਹ ਤੁਸੀਂ ਦੱਸੋਗੇ ਤਾਂ ਜਿਹੜੇ ਐਸਟੈਬਲਿਸ਼ ਹੋਰ ਹੈਗੇ ਨੇ ਉਹਨਾਂ ਵਾਸਤੇ ਤੁਸੀਂ ਰਾਹ ਦਸੇਰਾ ਬਣ ਸਕਦੇ ਹੋ। ਇਹਦੇ ਬਾਰੇ ਦੱਸੋ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਲੋਕਾਂ ਦੀ ਮਦਦ ਕਰਦੇ ਹੋ। ਬਿਲਕੁਲ ਸਪਨ ਜੀ, ਇਸ ਤਰ੍ਹਾਂ ਆਪਣੇ ਮੂੰਹ ਕਹਿਣ ਨਾਲ ਤਾਂ ਮੀਆਂ ਮਿੱਠੂ ਵਾਲੀ ਗੱਲ ਹੁੰਦੀ ਹੈ, ਉਹਦੇ ਨਾਲ ਮੇਰਾ ਖਿਆਲ ਬਰਕਤ ਵੀ ਨਹੀਂ ਰਹਿੰਦੀ। ਉਹ ਕੰਮ ਜਿਹੜਾ ਕਰਦੇ ਆ ਨਾ ਤੁਸੀਂ, ਉਹ 'ਚ ਬਰਕਤ ਵੀ ਨਹੀਂ ਰਹਿੰਦੀ। ਖੈਰ ਉਹੀ ਗੱਲ ਆ ਜਾਂਦੀ ਹੈਗੀ ਆ, ਸਾਡੇ ਜਿਹੜੇ ਆਪਦੇ ਨੇੜੇ ਤੇੜੇ ਭੈਣ ਭਰਾ ਸੀਗੇ ਉਹਨਾਂ ਨੂੰ ਅਸੀਂ ਬਹੁਤ ਅੱਛੀ ਤਰ੍ਹਾਂ ਜਿਹੜੇ ਹੈਗੇ ਕੋਸ਼ਿਸ਼ ਕਰਕੇ ਉਠਾਇਆ, ਨਾਲ ਆਪਣੇ ਨਾਲ ਚੱਲਣ ਵਾਸਤੇ ਜਿਹੜਾ ਹੈਗਾ ਉਤਸ਼ਾਹਿਤ ਕੀਤਾ ਹੈ। ਔਰ ਉਸ ਤੋਂ ਇਲਾਵਾ
ਜੇ ਕੋਈ ਹੋਰ ਵੀ ਭੈਣ ਭਰਾ ਸਾਡੇ ਮਹੱਲੇ ਦੇ ਵਿੱਚ, ਕਿਉਂਕਿ ਮੈਂ ਕੋਈ ਐਡਾ ਵੱਡਾ ਕਾਰਜ ਨਹੀਂ ਕੀਤਾ ਜਿਹੜਾ ਕਿ ਇੰਨਾ ਜ਼ਿਕਰ ਕੀਤਾ ਜਾਵੇ ਉਸ ਦਾ, ਪਰ ਲੇਕਿਨ ਹਾਂ ਮੇਰੇ ਦਿਮਾਗ 'ਚ ਜਾਂ ਮੇਰੇ ਦਿਲ 'ਚ ਹਜੇ ਵੀ ਇਹ ਤਮੰਨਾ ਹੈਗੀ ਹੈ ਕਿ ਮੈਂ ਉਸ ਅਜਿਹੇ ਸ਼ਖਸ ਦੇ ਕਿਤੇ ਕੰਮ ਆ ਜਾ ਜੀ, ਜਿਹਨੂੰ ਕਿ ਮੇਰੀ ਰੀਅਲੀ ਜ਼ਰੂਰਤ ਹੋਵੇ, ਠੀਕ ਹੈ। ਤੇ ਜਿੰਨਾ ਕੁ ਮੈਂ ਕਰ ਸਕਦਾ ਹੋਇਆ ਉਹਨਾਂ ਕੁ ਮੈਂ ਉਹਦੇ ਜ਼ਰੂਰ ਕਰਾਂਗਾ, ਤਾਂ ਕਿ ਮੈਂ ਆਪਣੇ ਨੂੰ ਇਹ ਸਮਝ ਸਕਾਂ ਕਿ ਯਾਰ ਜਿਹੜੀ ਜ਼ਿੰਦਗੀ ਸਾਨੂੰ ਵਾਹਿਗੁਰੂ ਨੇ ਬਖਸ਼ੀ ਹੈ, ਕਿੱਥੋਂ ਉਹ ਛੋਟੇ ਜਿਹੇ ਕਸਬੇ 'ਚ ਉੱਠ ਕੇ ਤੇ ਐਡੇ ਵੱਡੇ ਸ਼ਹਿਰ ਟੋਰਾਂਟੋ ਦੇ ਵਿੱਚ ਆ ਕੇ ਜਿਹੜਾ ਹੈਗਾ ਅਸੀਂ ਇੰਨਾ ਨਾਮ ਜਿਹੜਾ ਹੈਗਾ ਵਾਹਿਗੁਰੂ ਨੇ ਦਿੱਤਾ ਹੈ, ਉਹਦੇ ਚੋਂ ਤਿਲ ਫੁੱਲ ਜਿਹੜਾ ਮਾੜਾ ਮੋਟਾ ਜਿਹੜਾ ਜੇ ਕੋਈ ਕਿਸੇ ਵਾਸਤੇ ਕਰ ਸਕੇ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਲੱਕੀ ਸਮਝੂੰਗਾ। ਵਾਕਿਆ ਬਾਤ। ਤੁਸੀਂ ਕਿਵੇਂ ਸਮਝਾਉਂਦੇ ਹੁੰਦੇ ਆਪਣੇ ਪੁੱਤਰ ਨੂੰ ਕਿ ਪੁੱਤਰ ਵੀ ਮੈਂ ਕਿਵੇਂ ਇੱਥੇ ਆਇਆ ਸੀਗਾ, ਤੂੰ ਗਾਂ ਕਿਵੇਂ ਸੰਭਾਲਣਾ ਜਾਂ ਕਿਵੇਂ ਕੰਮ ਕਰਨਾ ਹੈ? ਬਿਲਕੁਲ, ਇਹ ਇੱਕ ਸਿੱਖਿਆ ਜਿਹੜੀ ਹੈਗੀ ਜੀ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਕਿ ਚੈਰਿਟੀ ਬਿਗਨ ਫਰਮ ਹੋਮ। ਬਿਲਕੁਲ ਸਹੀ। ਸੋ ਹਮੇਸ਼ਾ ਹਮੇਸ਼ਾ ਸ਼ੁਰੂ ਤੋਂ ਹੀ ਦੇਖਦਾ ਰਿਹਾ ਮੈਨੂੰ ਕਿ ਅਸੀਂ ਬਿਜ਼ਨਸ, ਜਦੋਂ ਉਹ ਜਨਮਿਆ ਸੀਗਾ ਉਦੋਂ ਤੋਂ ਬਾਅਦ ਅਸੀਂ ਬਿਜ਼ਨਸ ਹੀ ਕਰਦੇ ਸੀਗੇ, ਪਹਿਲਾਂ ਤਾਂ ਖੈਰ ਕੰਮ ਕਰਦੇ ਸੀ, ਪਰ ਲੇਕਿਨ ਉਹ ਹਮੇਸ਼ਾ ਜਿਹੜਾ ਹੈਗਾ ਈਵਨ 4-5 ਸਾਲ ਦਾ ਹੀ ਹੁੰਦਾ ਸੀਗਾ ਜੀ ਜਦੋਂ ਸਾਡੇ ਨਾਲ ਕੰਮ ਤੇ ਆ ਜਾਂਦਾ ਹੁੰਦਾ ਸੀਗਾ। ਠੀਕ ਹੈ। 7 ਸਾਲ ਦੀ ਉਮਰ ਦੇ ਵਿੱਚ ਉਸਨੇ ਜਿਹੜੀ ਹੈਗੀ ਹੈ ਪਹਿਲੀ ਸੇਲ ਕਰਨੀ ਸ਼ੁਰੂ ਕਰਤੀ ਸੀ। ਉਹ ਇੱਕ ਪੇਜਰ ਵਿਕਦੇ ਹੁੰਦੇ ਸੀ ਉਦੋਂ, ਜਿਹੜੇ ਆਪਣੇ ਬੜਾ ਕਾਮਨ ਹੋਇਆ ਸੀ। ਹਾਂਜੀ। ਸੋ ਉਹ ਜਿਹੜਾ ਮੇਰੇ ਨਾਲ ਕੰਮ ਤੇ ਆਇਆ ਨਾ, ਮੈਨੂੰ ਕਹਿੰਦਾ ਵੀ ਇੱਕ ਦੋ ਮੈਨੂੰ ਪੇਜਰ ਲੈ ਦਿਓ, ਤੇ ਇੱਕ ਗੋਰੀ ਹੈ ਜੀ ਸਾਡੇ ਕੋਲੇ ਫਰਨੀਚਰ ਲੈਣ ਵਾਸਤੇ, ਤੇ ਉਹਨੂੰ ਇਹਨੇ ਖੜਾ ਲਿਆ। ਬੜਾ ਛੋਟਾ ਜਿਹਾ 7 ਸਾਲ ਦਾ ਸੀਗਾ, ਤੇ ਉਹਨੇ ਕਿਊਟ ਜਿਹਾ ਦੇਖ ਕੇ ਤੇ ਇਹਦੇ ਨਾਲ ਗੱਲਾਂ ਕਰਨੀ ਸ਼ੁਰੂ ਕਰਤੀਆਂ। ਮੁੜ ਕੇ ਇਸਨੇ ਆਪ ਦਾ ਜਿਹੜਾ ਅਸਲ ਆਸਤਰ ਕੱਢ ਕੇ ਰੱਖਤਾ, ਕਹਿੰਦਾ ਵੀ ਮੈਂ ਜਿਹੜਾ ਹੈਗਾ ਤੁਹਾਨੂੰ ਆਹ ਪੇਜਰ ਵੇਚਣਾ ਚਾਹੁੰਦਾ, ਇਹਦੇ 'ਚ ਆਹ ਫੈਸਿਲਿਟੀਜ਼ ਹੈਗੀਆਂ, ਆਹ ਅਸੂਲਤਾਂ ਹੈਗੀਆਂ, ਇੰਨਾ ਚਿਰ ਜਿਹੜਾ ਹੈਗਾ ਤੁਸੀਂ ਇਹਦੇ ਪੈਸੇ ਨਹੀਂ ਦੇਣੇ, ਜਾਂ ਵਾ ਕਰਕੇ ਜੋ ਵੀ ਹੈ ਜੀ ਉਹ ਮੇਰੇ ਕੋਲ ਲੈ ਆਈਏ ਉਸ ਮੁੰਡੇ ਨੂੰ, ਆਪਣੇ ਨਵੀ ਨੂੰ। ਉਹ ਕਹਿੰਦੀ ਵੀ ਇਹ ਤਾਂ ਮੁੰਡਾ ਬੜਾ ਹੋਣਹਾਰ ਹੈਗਾ, ਤੇ ਇਸ ਨੂੰ ਜਿਹੜੀ ਹੈਗੀ ਹੈ ਵੀ ਤੁਸੀਂ ਪੜਾਓ ਹੋਰ, ਤੇ ਇਸ ਨੂੰ ਜਿਹੜਾ ਹੈਗਾ ਤੁਹਾਡੇ ਇਹ ਬੜਾ ਐਸਟ ਹੈ ਤੁਹਾਡਾ। ਤੇ ਮੈਂ ਕਿਹਾ ਫਿਰ ਹਾਂਜੀ ਤੁਹਾਡੀ ਧੰਨਵਾਦ ਹੈ ਵੈਸੇ, ਪਰ ਲੇਕਿਨ ਤੁਹਾਨੂੰ ਕਿਸ ਤਰ੍ਹਾਂ ਕਨਵਿੰਸ ਕੀਤਾ ਹੈ? ਕਹਿੰਦੀ ਮੈਂ ਨਾ ਇਸ ਦੀਆਂ ਗੱਲਾਂ ਤੋਂ ਹੀ ਕਨਵਿੰਸ ਹੋ ਗਈ ਹਾਂ, ਤੇ ਜੋ ਵੀ ਹੈਗਾ ਮੈਂ ਪੇਜਰ ਦਾ ਪਤਾ ਨਹੀਂ $20 ਦਾ ਸੀਗਾ, $25 ਦਾ ਸੀਗਾ। ਉਹ ਕਹਿੰਦੀ ਵੀ ਮੈਂ ਇਹਦੇ ਕੋਲ ਲੈਣਾ ਚਾਹੁੰਦੀ ਹਾਂ, ਬਲਕਿ ਮੈਨੂੰ ਜ਼ਰੂਰਤ ਵੀ ਨਹੀਂ ਹੈਗੀ, ਪਰ ਲੇਕਿਨ ਇਸ ਮੁੰਡੇ ਦੀ ਮੈਂ ਹੌਸਲਾ ਅਫਜ਼ਾਈ ਕਰਨੀ ਚਾਹੁੰਦੀ ਹੈਗੀ ਵੀ ਤਾਂ ਕਿ ਜਿਹੜਾ ਹੈਗਾ ਅੱਗੇ ਜ਼ਿੰਦਗੀ ਦੇ ਵਿੱਚ ਇਹ ਹੋਰ ਅੱਗੇ ਵਧੇ। ਪਰ ਉਸ ਤੋਂ ਬਾਅਦ ਦੇ ਵਿੱਚ ਇਸਨੇ ਜਿਹੜੀ ਹੈਗੀ ਹੈ ਮਤਲਬ ਪੁਲਾਂਘਾਂ ਪੱਟਣੀਆਂ ਸ਼ੁਰੂ ਕਰਤੀਆਂ। ਫਿਰ ਇਹ ਵਿਜ਼ਨ ਐਕਸਪ੍ਰੈਸ ਦਾ ਉਹਨੇ ਕਰਨਾ ਸ਼ੁਰੂ ਕਰ ਦਿੱਤਾ, ਵੀ ਕਹਿੰਦਾ ਵੀ ਮੈਂ ਆਪਟੀਕਲ ਲਾਈਨ ਦੇ ਵਿੱਚ ਹੁਣ ਮੇਰਾ ਬਿਜ਼ਨਸ ਜਿਹੜਾ ਵੀ ਇਹ ਸੰਭਾਲ ਸਕਦਾ ਹੈਗਾ। ਨਾਲੇ ਸਾਰੇ ਆਂਡੇ ਇੱਕ ਬਾਸਕਟ 'ਚ ਨਹੀਂ ਪਾਉਣੇ ਚਾਹੀਦੇਗੇ, ਤੇ ਉਹ ਵੀ ਮੇਰੇ ਦਿਮਾਗ 'ਚ ਸੀਗਾ। ਵੈਸੇ ਤਾਂ ਮੈਂ ਪਹਿਲਾਂ ਤਾਂ ਇਹੀ ਚਾਹੁੰਦਾ ਸੀਗਾ ਵੀ ਮੇਰੇ ਨਾਲ ਹੀ ਆ ਕੇ ਇਸੇ ਨੂੰ ਡਿਵੈਲਪ ਕਰੇ, ਪਰ ਲੇਕਿਨ ਫਿਰ ਜਦੋਂ ਉਹਦਾ ਮੈਂ ਦੇਖਿਆ ਵੀ ਇਧਰਲੇ ਪਾਸੇ ਘੱਟ ਹੈ ਉਹਦਾ ਰੁਹਾਨ, ਤੇ ਮੈਂ ਦੇਖਿਆ ਕਿ ਉਧਰਲੇ ਮੈਡੀਕਲ ਲਾਈਨ ਜ਼ਿਆਦਾ ਹੈ, ਫਿਰ ਉਹ ਮੈਂ ਕਿਹਾ ਵੀ ਜਿੱਧਰ ਤੇਰਾ ਅਸਲ ਵਿੱਚ ਜਿੱਧਰ ਪਾਸੇ ਰੁਚੀ ਹੋਵੇ ਨਾ, ਕਾਮਯਾਬ ਉਧਰ ਹੀ ਹੁੰਦਾ ਬੰਦਾ। ਸੋ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਫਰਨੀਚਰ ਦੇ ਵਿੱਚ ਜ਼ਿਆਦਾ ਜਿਹੜਾ ਹੈਗਾ ਇਹ ਇੰਟਰਸਟ ਨਹੀਂ ਸ਼ੋ ਕਰਦਾ, ਤੇ ਫਿਰ ਇਸਨੇ ਜਿਹੜੀਆਂ ਵਿਜ਼ਨ ਐਕਸਪ੍ਰੈਸ ਦੀਆਂ ਜਿਹੜੀਆਂ ਹੈਗੀਆਂ ਜੀ ਉਹ ਦੁਕਾਨਾਂ ਦੋਨੀ ਖੋਲ੍ਹਣੀਆਂ ਸ਼ੁਰੂ ਕਰਤੀਆਂ ਸੀ। ਅੱਛਾ ਭਾਜੀ, ਹੁਣ ਦੇਖੋ ਵੀ ਆ ਆਲੀਸ਼ਾਨ ਗੱਡੀ ਜਿਹੜੀ ਬੈਂਟਲੀ ਦੇ ਵਿੱਚ ਤੁਸੀਂ ਅੱਜ ਮੇਰੀ ਵੀ ਖਾਹਿਸ਼ ਪੂਰੀ ਕੀਤੀ, ਮੈਂ ਤੁਹਾਨੂੰ ਕਿਹਾ ਵੀ ਝੂਟਾ ਦਬਾਓ, ਤੇ ਬੜਾ ਨਜ਼ਾਰਾ ਆ ਰਿਹਾ, ਤੇ ਕਿਆ ਖੂਬਸੂਰਤ ਇੰਟੀਰੀਅਰ ਹੈ ਦਾ। ਤੇ ਇਹ ਕਾਰਾਂ ਦਾ ਜਿਹੜਾ ਸ਼ੌਂਕ ਆ ਇਹ ਤੁਹਾਨੂੰ ਸੀ ਕਿ ਬੇਟੇ ਨੇ ਕਿਹਾ ਵੀ ਪਾਪਾ ਵੀ ਹੁਣ ਜਿਹੜਾ ਕਮਾਲ ਹੈ ਤੇ ਹੁਣ ਥੋੜਾ ਜਿਹਾ ਗੱਡੀਆਂ ਦਾ ਸ਼ੌਂਕ ਵੀ ਪੂਰਾ ਕਰੀਏ? ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਸ਼ੌਕ ਉਸ ਨੂੰ ਹੀ ਸੀਗਾ ਸ਼ੁਰੂ ਤੋਂ ਹੀ, ਤੇ ਮੈਨੂੰ ਵੀ ਬਹੁਤ ਸ਼ੌਕ ਸੀਗਾ, ਪਰ ਮੈਨੂੰ ਇਹ ਸੀਗਾ ਵੀ ਮੈਂ ਸਾਈਕਲ ਵਾਲਾ ਬੰਦਾ ਇੱਕ ਅੱਧੀ ਕਾਰ ਅਫੋਰਡ ਕਰਦਾ ਹੈਗਾ। ਹੁਣ ਜਦੋਂ ਪਿੱਛੋਂ ਸਹੀ ਰੋਡ ਹੋਵੇ, ਜੇ ਮੇਰੇ ਫਾਦਰ ਦੀ ਇਸ ਤਰ੍ਹਾਂ ਰੋਡ ਹੁੰਦੀ ਤਾਂ ਸ਼ਾਇਦ ਮੇਰੇ ਕੋਲ ਹੁਣ ਹਵਾਈ ਜਹਾਜ਼ ਹੁੰਦਾ, ਪਰ ਲੇਕਿਨ ਇਸੇ ਤਰ੍ਹਾਂ ਹੀ ਵੀ ਉਹ ਇੱਕ ਉਹਨੂੰ ਜ਼ਿਆਦਾ ਸ਼ੌਕ ਹੈ ਜਿਹੜੀਆਂ ਹੈਗੀਆਂ ਲਗਜ਼ਰੀ ਕਾਰਾਂ ਦਾ। ਪਰ ਲੇਕਿਨ ਇਹ ਨਹੀਂ ਹੈ ਕਿ ਮੈਨੂੰ ਸ਼ੌਕ ਨਹੀਂ ਹੈਗਾ, ਪਰ ਮੈਂ ਕਹਿੰਦਾ ਹੈਗਾ ਵੀ ਮੈਂ ਉਹੀ ਰੱਖਾਂ ਜਿਹੜੀ ਮੈਂ ਚਲਾਉਣੀ ਹੈ, ਜਿਹਨੂੰ ਪ੍ਰੈਕਟੀਕਲੀ ਯੂਜ਼ ਕਰਨਾ। ਪਰ ਲੇਕਿਨ ਉਸਨੇ ਕਈ ਟੰਗੀਆਂ ਵੀ ਹੈਗੀਆਂ ਜਿਹੜੀਆਂ ਕਿ ਮੇਰਾ ਖਿਆਲ ਅਨਨੈਸੈਸਰੀ, ਜਿਹੜੀ ਕਿ ਇੱਕ ਫਾਈਨਾਂਸ ਦਾ ਉੱਤੇ ਬੋਝ ਪਾਇਆ ਹੋਇਆ। ਮੈਂ ਉਹਨੂੰ ਬਹੁਤ ਸਮਝਾਉਣਾ, ਪਰ ਲੇਕਿਨ ਹਜੇ ਯੰਗ ਉਮਰ ਹੈ, ਚਲੋ ਕਮਾ ਰਿਹਾ ਤੇ ਸ਼ੌਕ ਆਪਣੇ ਪੂਰੇ ਕਰ ਰਿਹਾ ਜੀ। ਭਾਈ ਹੁਣ ਆਪਾਂ ਆਪਣੇ ਸਟੋਰ ਜਿਹੜੇ ਆ ਵੀ ਤੁਸੀਂ ਦੱਸਿਆ ਵੀ ਲਗਭਗ ਆਪਾਂ ਪਹੁੰਚ ਚੁੱਕੇ ਹਾਂ ਪੁਰਬਾ ਫਰਨੀਚਰ, ਤੇ ਨਾਲੇ ਬ੍ਰੇਕ ਦਾ ਸਮਾਂ ਵੀ ਹੋ ਗਿਆ। ਕਿਉਂ ਨਾ ਹੁਣ ਆਪਾਂ ਬ੍ਰੇਕ ਤੋਂ ਬਾਅਦ ਨਾਲੇ ਝਲਕੀਆਂ ਦਿਖਾਉਣੇ ਸਟੋਰ ਦੀਆਂ, ਤੇ ਨਾਲੇ ਸਟੋਰ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜੀ, ਤੇ ਫਿਰ ਇਸ ਵਕਫੇ ਤੋਂ ਬਾਅਦ ਆਪਾਂ ਜਿਹੜੇ ਦਰਸ਼ਕਾਂ ਦੇ ਰੂਬਰੂ ਹੁੰਦੇ ਆ। ਸੋ ਨਾਜ਼ਰੀਨ, ਜੈਗ ਪੁਰਬਾ ਹੁਣਾਂ ਦਾ ਜਿਹੜਾ ਪੁਰਬਾ ਫਰਨੀਚਰ ਪਿਛਲੇ ਕਈ ਦਹਾਕਿਆਂ ਤੋਂ GTA ਖੇਤਰ ਦੇ ਵਿੱਚ ਜਿਹੜਾ ਜੀ ਇਹਦਾ ਨਾਂ ਬੋਲਦਾ ਹੈ। ਐਡਸ ਜਦੋਂ ਚੱਲਦੀਆਂ ਹੁੰਦੀਆਂ ਕਿ ਪੁਰਬਾ ਫਰਨੀਚਰ ਤੇ ਆਓ। ਸੋ ਆਓ ਜੀ, ਅੱਜ ਤੁਹਾਨੂੰ ਸੱਚਮੁੱਚ ਪੁਰਬਾ ਫਰਨੀਚਰ ਦੇ ਦਰਸ਼ਨ ਕਰਵਾਉਂਦੇ ਆ, ਤੇ ਫਿਰ ਇਸ ਬ੍ਰੇਕ ਤੋਂ ਬਾਅਦ ਪੁਰਬਾ ਫਰਨੀਚਰ ਦੇ ਵਿੱਚ ਜਾ ਕੇ, ਉਸ ਸਟੋਰ ਦੇ ਵਿੱਚ ਜਾ ਕੇ ਅਸੀਂ ਜੈਗ ਪੁਰਬਾ ਹੁਣਾਂ ਦੇ ਕੋਲੋਂ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਹੋਰ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਮਿਲਦੇ ਹਾਂ ਇਸ ਛੋਟੇ ਜਿਹੇ ਵਕਫੇ ਤੋਂ ਬਾਅਦ।
ਭਾਜੀ ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਹੁਣ ਪੁੱਜ ਚੁੱਕੇ ਹਾਂ ਪੂਰਬਾ ਫਰਨੀਚਰ ਦੇ ਵਿੱਚ ਔਰ ਸਾਡੇ ਨਾਲ ਸੁਭਾਗ ਜੋੜੀ ਹੈ ਜਿਹੜੀ ਉਹ ਹਾਜ਼ਰ ਹੈ ਤੇ ਇੱਕ ਵਾਰ ਫਿਰ ਇਹਨਾਂ ਦੇ ਦਿਲ ਦੀਆਂ ਅੰਦਰ ਦੀਆਂ ਗੱਲਾਂ ਇਹਨਾਂ ਦੇ ਕੋਲੋਂ ਜਾਣਦੇ ਹਾਂ। ਪਹਿਲਾਂ ਤਾਂ ਭੈਣ ਜੀ ਤੁਹਾਡਾ ਵੈਲਕਮ। ਥੈਂਕ ਯੂ ਜੀ। ਹਾਂਜੀ ਤੇ ਭਾਜੀ ਹੁਣ ਆਪਾਂ ਵਾਪਸ ਆਏ ਆ ਇੱਥੇ ਸਟੋਰ ਦੇ ਉੱਪਰ ਜੀ ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਕਾਰ ਦੀ ਰਾਈਡ ਤੱਕ ਮੈਂ ਤੁਹਾਡਾ ਧੰਨਵਾਦ ਕਰਾਂ, ਬਹੁਤ ਵਧੀਆ ਸੀ ਜੀ, ਬੜਾ ਵਧੀਆ ਲੱਗਾ। ਕੋਈ ਗੱਲ ਨਹੀਂ, ਮਿਹਰਬਾਨੀ। ਤੇ ਦੂਸਰਾ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਇੱਕ ਸਮਾਂ ਸੀ, ਇੱਕ ਪੂਰੀ ਦੀ ਪੂਰੀ ਜ਼ਿੰਦਗੀ ਤੁਹਾਡੇ ਪਿਤਾ ਜੀ ਨੇ ਹੰਡਾਈ, ਇੱਕ ਤੁਸੀਂ ਹੰਡਾਈ। ਤੁਸੀਂ ਦੱਸਿਆ ਕਿ ਉਹ ਇੱਕ ਸਟਰਗਲਿੰਗ ਲਾਈਫ ਸੀ ਉਹਨਾਂ ਦੀ, ਤੰਗੀਆਂ ਤੁਰਸ਼ੀਆਂ ਵਾਲੀ, ਪੈਸੇ ਦੀ ਥੋੜ ਸੀ ਔਰ ਤੁਸੀਂ ਸਾਰਾ ਕੁਝ ਰੱਜ ਕੇ ਆਨੰਦ ਮਾਣਿਆ। ਜੀ ਜੀ ਜੀ। ਕੰਪੈਰੀਜ਼ਨ ਕਿਵੇਂ ਕਰਦੇ ਆ? ਕਈ ਵਾਰੀ ਜਦੋਂ ਆਪਣੇ ਪਿਤਾ ਜੀ ਨਾਲ ਗੱਲਾਂ ਕਰਦੇ ਹੋਵੋਗੇ, ਆ ਮਹਿੰਗੀਆਂ ਗੱਡੀਆਂ ਲਈਆਂ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਵੇਖਦੇ ਸੀ? ਉਹਨਾਂ ਦੀਆਂ ਭਾਵਨਾਵਾਂ ਤੁਹਾਨੂੰ ਲੈ ਕੇ ਕਿਵੇਂ ਸੀ? ਜਾਂ ਜਦੋਂ ਤੁਸੀਂ ਇੱਕ ਵਾਰੀ ਮੈਨੂੰ ਜ਼ਿਕਰ ਕੀਤਾ, ਬੜੇ ਭਾਵੁਕ ਹੋ ਗਏ ਸੀ ਵੀ ਜਦੋਂ ਬਿਮਾਰ ਹੋਏ ਤਾਂ ਉਹਨਾਂ ਨੇ ਤੁਹਾਨੂੰ ਸੱਦ ਕੇ ਕੁਝ ਗੱਲਾਂ ਕੀਤੀਆਂ। ਮੈਂ ਚਾਹੁੰਦਾ ਵੀ ਉਹ ਸਾਰੀਆਂ ਗੱਲਾਂ, ਹੁਣ ਪ੍ਰੋਗਰਾਮ ਦਾ ਅਖੀਰਲਾ ਪਾਰਟ ਹੈ, ਕੁਝ ਦੱਸੋ ਜੀ। ਤੇ ਮੈਂ ਤੁਹਾਨੂੰ ਬੜੀ ਇੱਕ ਭਾਵਿਕ ਜਿਹੜੀ ਹੈਗੀ ਉਹਨਾਂ ਦੀ ਇੱਕ ਸਟੋਰੀ ਸੁਣਾਉਣਾ, ਕਿਉਂਕਿ ਸ਼ੁਰੂ ਤੋਂ ਹੀ ਉਹਨਾਂ ਦੀ ਜਿਹੜੀ ਲਾਈਫ ਬੜੀ ਸਟਰਗਲ ਵਾਲੀ ਸੀਗੀ ਜੀ। ਕਾਫੀ ਸਟਰਗਲ ਕੀਤੀ ਉਹਨਾਂ ਨੇ, ਸਾਨੂੰ ਇੱਥੇ ਆ ਕੇ ਬੜਾ ਸਾਥ ਦਿੱਤਾ ਉਹਨਾਂ ਨੇ। ਸਾਨੂੰ ਆਪਣਾ ਕੰਮਕਾਜ ਦੇ ਵਿੱਚ ਉਹਨਾਂ ਨੇ ਆਪ ਸਾਨੂੰ ਕਰਕੇ ਕੰਮਕਾਜ ਤੇ ਸਾਨੂੰ ਸਟੈਂਡ ਕੀਤਾ। ਔਰ ਇਹ ਕੰਮ ਕਰਦਿਆਂ ਜਦੋਂ 5-7-10 ਸਾਲ ਨਿਕਲ ਗਏ ਸੀ ਨਾ ਜੀ, ਸਾਨੂੰ ਕੰਮ ਕਰਦਿਆਂ ਨੂੰ ਵੀ ਹੋ ਗਏ ਤੇ ਮੇਰਾ ਸ਼ੌਕ ਸੀਗਾ, ਮੈਂ ਕਿਹਾ ਇੱਕ ਮਰਸਡੀ ਲਈ ਆਪਾਂ। ਮੈਂ ਇੱਕ ਯੂਜ਼ਡ ਮਰਸਡੀ ਲਈ। ਠੀਕ ਹੈ। ਤੇ ਉਦੋਂ ਮੇਰੇ ਡੈਡੀ ਦੀ ਉਮਰ ਵੀ ਜਿਹੜੀ ਹੈਗੀ ਆ ਉਹ ਤਕਰੀਬਨ 62-65 ਦੇ ਕਰੀਬ ਹੋਣਗੇ ਉਹ ਜੀ। ਤੇ ਮੈਂ ਜਦੋਂ ਲੈ ਕੇ ਐ ਚਮਕੂ ਕੇ ਬਾਹਰ ਲਿਆਂਦੀ, ਗਰਮੀਆਂ ਦਾ ਦਿਨ ਸੀਗਾ ਤੇ ਮੈਂ ਉਹਨਾਂ ਨੂੰ ਅੰਦਰ ਲੈਣ ਵਾਸਤੇ ਆਇਆ। ਮੈਂ ਕਿਹਾ ਬਾਈ ਜੀ ਆਓ, ਮੈਂ ਆਪਣੇ ਫਾਦਰ ਸਾਹਿਬ ਨੂੰ ਬਾਈ ਜੀ ਕਹਿੰਦਾ ਸੀ। ਠੀਕ ਹੈ। ਵੀ ਤੁਹਾਨੂੰ ਮਰਸਡੀ ਦਿਖਾਈਏ। ਕਹਿੰਦਾ ਯਾਰ ਚੱਲਦੇ ਆ। ਮੈਂ ਦੇਖਤਾ ਲਈਏ, ਕਹਿੰਦਾ ਸੋਹਣੀ ਹੈ ਕਾਰ ਤੇਰੀ। ਤੇ ਜਿੰਨੀ ਮੈਨੂੰ ਐਕਸਾਈਟਮੈਂਟ ਸੀ ਉਨੀ ਉਹਨਾਂ ਨੂੰ ਐਕਸਾਈਟਮੈਂਟ ਹੈ ਨਹੀਂ ਸੀਗੀ। ਠੀਕ ਹੈ। ਮੈਂ ਕਿਹਾ ਯਾਰ ਫਿਰ ਥੋੜਾ ਜ਼ੋਰ ਲਾਈਏ। ਮੈਂ ਕਿਹਾ ਤੁਸੀਂ ਦੇਖੋ, ਅਸੀਂ ਬਾਹਰ ਆ ਕੇ ਆਜੋ, ਤੁਹਾਨੂੰ ਗੇੜਾ ਕੂੜਾ ਦੋਣੇ ਹੈਗੇ ਆ ਜੀ। ਤੇ ਉਹ ਬੜੇ ਮੁਸ਼ਕਲ ਦੇ ਨਾਲ ਨਾ ਉੱਠ ਖੜੋਤੇ, ਮਤਲਬ ਨਾ ਚਾਹੁੰਦੇ ਹੋਏ ਵੀ ਜਿਵੇਂ ਨਾ ਉੱਠ ਖੜੋਤੇ ਵੀ ਚੱਲ ਠੀਕ ਹੈ ਯਾਰ, ਚੱਲ ਵੜਦੇ ਹੈ ਵੀ ਕਿਹਾ ਤੁਸੀਂ। ਹਾਂ। ਤੇ ਹੌਲੀ ਹੌਲੀ ਆ ਕੇ ਕਾਰ 'ਚ ਬੈਠ ਕੇ ਆ ਕੇ ਕਹਿੰਦੇ ਯਾਰ ਕਾਰ ਤਾਂ ਤੇਰੀ ਬੜਾ ਸੋਹਣੀ ਹੈ ਯਾਰ, ਬੜੀ ਵਧੀਆ ਹੈ, ਪਰ ਕਹਿੰਦਾ ਯਾਰ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਹੈ ਮੇਰੀ ਨਾ, ਮੈਂ ਤੈਨੂੰ ਉਹ ਨਸੀਹਤ ਹੈ। ਮੈਂ ਕਿਹਾ ਜੀ ਉਹ ਕਿਹੜੀ? ਕਹਿੰਦਾ ਵੀ ਇਹ ਜੋਸ਼ ਹੈ ਤੇਰਾ, ਜਵਾਨੀ ਹੈ, ਤੇਰੇ ਕੋਲ ਹੁਣ ਪੈਸਾ ਵੀ ਹੈਗਾ ਤੇ ਵੀ ਇਹਨਾਂ ਨੂੰ ਨਾ ਦੱਬ ਕੇ ਹੰਡਾਲਾ। ਬਿਲਕੁਲ ਠੀਕ ਹੈ। ਤੇ ਇਹ ਜਿਹੜੀ ਹੈਗੀ ਨਾ ਦੋਨਾਂ ਦਾ ਸੁਮੇਲ ਹੈ ਤੇਰਾ ਜਿਹੜਾ ਹੈਗਾ। ਕਹਿੰਦਾ ਸਾਡੇ ਕੋਲ ਜਿਹੜੀ ਹੈਗੀ ਸਾਰੀ ਉਮਰ ਲੰਘ ਗਈ ਸੀ, ਮੈਂ ਇੱਕ ਮੋਟਰਸਾਈਕਲ ਲੈਣਾ ਸੀਗਾ ਤੇ ਜਦੋਂ ਵੀ ਮੇਰੇ ਕੋਲ ਪੈਸੇ ਆਉਂਦੇ ਹੁੰਦੇ ਸੀ ਉਦੋਂ ਕਿਤੇ ਤੇਰੀ ਭੈਣ ਨੇ ਜਵਾਨ ਹੋ ਜਾਣਾ ਤੇ ਜੇ ਤੇਰੀ ਭੂਆ ਨੇ ਜਵਾਨ ਹੋ ਜਾਣਾ, ਉਹਨਾਂ ਦੇ ਵਿਆਹ ਕਰਨੇ ਪੈ ਜਾਂਦੇ ਸੀਗੇ। ਥੋੜਾ ਮੋਟਾ ਜਿੰਨਾ ਕਮਾਉਂਦੇ ਸੀਗੇ ਜਿਹੜਾ ਹੈਗਾ ਉਹ ਫਾਈਨੈਂਸ਼ੀਅਲ ਤੌਰ ਤੇ ਕਹਿੰਦਾ ਇੰਨੇ ਸੀ ਸਟਰੋਂਗ ਹੋਏ ਨਹੀਂ, ਜਿਹੜਾ ਸ਼ੌਕ ਸੀ ਅਸੀਂ ਉਹ ਪੂਰਾ ਕਰ ਸਕਦੇ ਕਦੀ ਹੋਏ ਨਹੀਂ। ਅਮਲ ਸਾਰੀ ਉਮਰ ਲੰਘ ਗਈ। ਕਹਿੰਦਾ ਵੀ ਉਹ ਇਸ ਤਰ੍ਹਾਂ ਹੋਇਆ ਹੀ ਨਹੀਂ ਸੀਗਾ ਜਿਹੜਾ ਹੈਗਾ। ਤੇ ਹੁਣ ਜਿਹੜਾ ਹੈਗਾ, ਹੁਣ ਬੁਢਾਪਾ ਆ ਗਿਆ ਤੇ ਹੁਣ ਪੈਸਾ ਵੀ ਆ ਗਿਆ। ਕਹਿੰਦਾ ਇਹ ਦੋਨੋਂ ਚੀਜ਼ਾਂ ਦਾ ਸੁਮੇਲ ਹੈ। ਤੂੰ ਯੰਗ ਹੈ, ਤੇਰੇ ਕੋਲ ਪੈਸਾ ਵੀ ਹੈਗਾ, ਇਹ ਫੱਟੀਆਂ ਚੱਕਦੇ ਜੋ ਕੁਝ ਤੇਰਾ ਜੀ ਕਰਦਾ ਨਾ ਉਹ ਕਰ ਲਾ। ਦੋਨੋਂ ਜੋ ਸ਼ੌਕ ਮੈਂ ਪੂਰੇ ਨਹੀਂ ਕਰ ਸਕਿਆ ਪੁੱਤਰਾ, ਤੂੰ ਪੂਰੇ ਕਰ ਲਾ। ਪਰ ਇਹ ਜਿਹੜੀ ਜਦੋਂ ਇਹਨਾਂ ਚੋਂ ਕੋਈ ਇੱਕ ਚੀਜ਼ ਨਹੀਂ ਨਾ ਹੁੰਦੀ, ਸਾਡੇ ਵਾਂਗੂ ਹੋ ਜਾਂਦਾ ਹੈਗਾ। ਕਹਿੰਦਾ ਸਾਡੇ ਕੋਲ ਜਦੋਂ ਜਵਾਨੀ ਸੀਗੀ ਉਦੋਂ ਪੈਸਾ ਨਹੀਂ ਸੀਗਾ, ਕਿ ਜਦੋਂ ਹੁਣ ਪੈਸਾ ਆਇਆ ਤੇ ਕਹਿੰਦਾ ਹੁਣ ਜਵਾਨੀ ਨਹੀਂ ਰਹੇਗੀ। ਕਹਿੰਦਾ ਉਹ ਜੋਸ਼ ਦਾ ਤੇ ਪੈਸੇ ਦਾ ਕਹਿੰਦਾ ਬਹੁਤ ਸੁਮੇਲ ਹੈ, ਉਸੇ 'ਚ ਉਹਦਾ ਸਵਾਦ ਆਉਂਦਾ। ਕਹਿੰਦਾ ਜਦੋਂ ਇੱਕ ਚੀਜ਼ ਵਿਖਰ ਜਾਂਦੀ ਹੈ ਨਾ ਤੇ ਜ਼ਿੰਦਗੀ ਦਾ ਸਵਾਦ ਨਹੀਂ ਆਉਂਦਾ। ਨਾਲੇ ਜਦੋਂ ਤੁਸੀਂ ਮਰਸਡੀਜ਼ ਲਈ, ਉਸ ਵੇਲੇ ਉਹਦੀ ਅੱਖਾਂ ਦੇ 'ਚ ਇੱਕ ਪਾਸੇ ਉਦਾਸੀ ਵੀ ਸੀ, ਇੱਕ ਪਾਸੇ ਖੁਸ਼ੀ ਵੀ ਸੀ। ਹਾਂਜੀ ਬਿਲਕੁਲ ਜਿਹੜੇ ਹੈਗੇ। ਤੇ ਇੱਕ ਤੁਸੀਂ ਮੈਨੂੰ ਹੋਰ ਗੱਲ ਸੁਣਾਈ ਸੀਗੀ ਕਿ ਜਦੋਂ ਉਹ ਅਖੀਰਲੇ ਦਿਨਾਂ 'ਚ ਬਿਮਾਰ ਹੋਏ ਤੇ ਤੁਹਾਨੂੰ ਕੋਲ ਬੁਲਾ ਕੇ ਕੋਈ ਗੱਲ ਕਹਿਣ ਲੱਗੇ ਸੀ। ਉਹ ਮੇਰਾ ਖਿਆਲ ਆ ਵੀ ਇਹ ਜਿਹੜੀ ਹੈਗੀ ਨੇ ਜੀ, ਹਰ ਇੱਕ ਪੇਰੈਂਟਸ ਦੀ ਜਿਹੜੀ ਹੈਗੀ, ਹਰ ਇੱਕ ਮਾਂ ਪਿਓ ਦੀ ਇੱਛਾ, ਦਿਲੀ ਇੱਛਾ ਹੁੰਦਾ ਹੈ ਕਿ ਬਈ ਜਦੋਂ ਆਪਣਾ ਥੋੜਾ ਜਿਹਾ ਬਜ਼ੁਰਗ ਹੋ ਜਾਂਦੇ ਹੈਗੇ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਮੈਂ ਯਾਰ ਕੋਈ ਕੰਮ ਕਰ ਨਹੀਂ ਸਕਦਾ ਹੁਣ, ਪਰ ਲੇਕਿਨ ਇਹਨਾਂ ਨੂੰ ਮੈਂ ਦੇਖਾਂ ਵੀ ਇਹ ਸਾਰੇ ਠੀਕ ਠਾਕ ਹੈਗੇ ਆ, ਸਿਕਿਉਰਡ ਹੈਗੇ ਆ, ਫਾਈਨੈਂਸ਼ੀਅਲੀ ਠੀਕ ਹੈਗੇ ਆ, ਸਾਰਾ ਕੁਝ ਜਿਹੜਾ ਹੈਗਾ। ਇਸੇ ਤਰ੍ਹਾਂ ਕਿਉਂਕਿ ਬਚਪਨ ਦੇ ਵਿੱਚੋਂ ਹੀ ਅਸੀਂ ਜਿਹੜੀ ਹੈਗੀ ਆ ਗਰੀਬੀ ਬਹੁਤ ਹੰਡਾਈ ਹੈ ਜੀ। ਸੋ ਇਸ ਕਰਕੇ ਹੁਣ ਜਦੋਂ ਅਸੀਂ ਪੈਰਾਂ ਸਿਰ ਹੋ ਗਏ ਸੀਗੇ ਤੇ ਇੱਕ ਦਿਨ ਮੈਨੂੰ ਬਿਮਾਰ ਸੀਗੇ ਕਾਫੀ, ਮੈਨੂੰ ਪੁੱਛਿਆ ਯਾਰ, ਕਹਿੰਦਾ ਉਰੇ ਆ। ਮੈਂ ਬੈਠ ਕੇ ਆ ਕੇ ਤੇ ਮੇਰਾ ਹੱਥ ਫੜ ਕੇ ਇਸ ਤਰ੍ਹਾਂ ਕਹਿੰਦੇ ਵੀ ਮੈਨੂੰ ਇੱਕ ਗੱਲ ਦੱਸ ਵੀ ਤੂੰ ਕਿੰਨਾ ਕੁ ਅਮੀਰ ਹੈ। ਮੈਂ ਕਿਹਾ ਯਾਰ ਵੀ ਆਪਾਂ ਇੰਨੇ ਅਮੀਰ ਤਾਂ ਹੈ ਨਹੀਂ ਗੇ, ਪਰ ਮੈਂ ਉਹ ਚੀਜ਼ ਨੂੰ ਲੁਕਾਉਂਦਿਆਂ ਹੋਇਆ ਸਾਰਾ ਕੁਝ ਜਿਹੜਾ ਹੈਗਾ, ਕਿਉਂਕਿ ਜਦੋਂ ਅਸੀਂ ਕਿਸੇ ਦਾ ਦੇਣਾ ਹੀ ਨਹੀਂ ਹੈਗਾ ਤੇ ਅਮੀਰ ਤਾਂ ਬਹੁਤ ਹੈਗੇ ਅਸੀਂ, ਪੈਸਾ ਵੀ ਸੀਗਾ, ਕੋਈ ਇੰਨੇ ਮਾੜੇ ਵੀ ਨਹੀਂ ਸੀਗੇ, ਫਸਟ ਕਲਾਸ ਸੀਗੇ ਜਿਹੜੇ ਹੈਗੇ। ਮੈਂ ਕਿਹਾ ਬਾਈ ਜੀ ਵੀ ਆਪਾਂ ਤਾਂ ਬਹੁਤ ਅਮੀਰ ਹਾਂ। ਕਹਿੰਦਾ ਯਾਰ ਕਿੰਨਾ ਕੁ ਅਮੀਰ ਆ, ਮੈਨੂੰ ਦੱਸ ਤਾਂ ਦੇ। ਮੈਂ ਕਿਹਾ ਵੀ ਆਪਾਂ ਕਿਸੇ ਦਾ ਕੁਝ ਨਹੀਂ ਦੇਣਾ ਤੇ ਆਪਾਂ ਜਿਹੜੇ ਹੈਗੇ ਆ ਫਸਟ ਕਲਾਸ ਰੋਟੀ ਖਾਂਦੇ ਆ, ਕੰਮਕਾਰ ਚੱਲਦੇ ਪਏ ਹੈਗੇ ਆ, ਐਨ ਬਿਲਕੁਲ ਠੀਕ ਠਾਕ ਹੈ ਪਰ ਚਲੋ। ਕਹਿੰਦਾ ਠੀਕ ਹੈ। ਮੈਂ
ਹੱਥ ਜਿਹਾ ਮੇਰਾ ਘੁੱਟਿਆ ਉਹਨਾਂ ਨੇ ਤੇ ਇਸ ਤਰ੍ਹਾਂ ਕਰਕੇ ਮੈਂ ਕਹਿਣ ਤੋਂ ਭਾਵ ਹੈ ਵੀ ਉਹਨਾਂ ਨੇ ਇਹ ਮੈਨੂੰ ਟੈਸਟ ਕੀਤਾ ਵੀ ਫਾਈਨੈਂਸ਼ੀਅਲੀ ਹੁਣ ਕਿੰਨਾ ਕੁ ਸਟਰੋਂਗ ਹੈਗਾ, ਕਿੱਥੇ ਕੁ ਜੇ ਖੜਾ ਹੈਗਾ। ਸੋ ਇਹ ਚੀਜ਼ ਮੇਰਾ ਖਿਆਲ ਹਰ ਇੱਕ ਮਾਂ ਪਿਓ ਦੇ ਵਿੱਚ ਹੁੰਦੀ ਹੈ ਕਿ ਜਦੋਂ ਅਸੀਂ ਅਲਵਿਦਾ ਕਹਿਣਾ ਨਾ ਦੁਨੀਆ ਨੂੰ, ਤੇ ਉਹਨਾਂ ਨੂੰ ਇਹ ਸਕੂਨ ਲੈ ਕੇ ਜਾਣ ਕਿ ਯਾਰ ਮੇਰੇ ਬੱਚੇ ਜਿਹੜੇ ਹੈਗੇ ਆ ਉਹ ਫਾਈਨੈਂਸ਼ੀਅਲੀ ਠੀਕ ਹੈਗੇ ਨੇ, ਸਟਰੋਂਗ ਹੈਗੇ ਨੇ, ਉਹ ਆਪਣੇ ਪੈਰਾਂ ਸਿਰ ਖੜ ਚੁੱਕੇ ਹੈਗੇ ਨੇ। ਤੇ ਮੇਰਾ ਖਿਆਲ ਹੈ ਵੀ ਉਹ ਇੱਕ ਸੁਪਨਾ ਪੂਰਾ ਆਪਦਾ ਕਰਕੇ ਗਏ। ਤੇ ਇਸ ਵਕਫੇ ਤੋਂ ਬਾਅਦ ਜਲਦੀ ਮਿਲਦੇ ਹਾਂ ਤੇ ਫਿਰ ਜੈਗ ਪੁਰਬਾ ਹੋਣਾ ਦੇ ਜਿਹੜੇ ਪਤਨੀ ਨੇ, ਵਾਈਫ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ। ਮੈਂ ਕਾਰ ਦੇ ਵਿੱਚ ਆਉਂਦਾ ਹੈ ਵੀ ਤੁਹਾਡੇ ਕੋਲ ਸਵਾਲ ਪੁੱਛਿਆ ਸੀਗਾ ਤੇ ਮੈਂ ਇੱਕ ਵਾਰੀ ਇਹਨੂੰ ਹੋਰ ਦੂਸਰੇ ਤਰੀਕੇ ਨਾਲ ਪੁੱਛਣ ਲੱਗਾ ਸਾਡੇ ਦੋਨਾਂ ਦੇ ਕੋਲੋਂ ਹੀ। ਇੱਕ ਤਾਂ ਤੁਸੀਂ ਇਹ ਦੱਸੋ ਕਿ ਵੀ ਹੁਣ ਇਸ ਉਮਰ ਦੇ ਇਸ ਪੜਾਅ ਦੇ ਉੱਪਰ ਆ ਕੇ ਮਿਹਨਤ ਕਰਕੇ ਤਰੱਕੀਆਂ ਕਰਕੇ ਕੀ ਫੀਲ ਕਰ ਰਹੇ ਹੋ? ਸਹਿਜ ਫੀਲ ਕਰ ਰਹੇ ਹੋ? ਤੇ ਆਪਣੇ ਪੁੱਤਰ ਨੂੰ ਲੈ ਕੇ ਗਾਂ ਤੇ ਆਪਣੇ ਗਾਂ ਜਿਹੜੇ ਆ ਵੀ ਪੋਤਰੇ ਨੂੰ ਲੈ ਕੇ ਤੇ ਉਹ ਕੀ ਫੀਲ ਕਰ ਰਹੇ ਹੋ? ਸਾਰੀ ਹੁਣ ਤੁਸੀਂ ਜੇ ਪਿੱਛੋਂ ਤੋਂ ਲੈ ਕੇ ਜਿੱਥੋਂ ਅਸੀਂ ਚੱਲੇ ਹੈਗੇ ਜੀ, ਇੱਥੋਂ ਤੱਕ ਦਾ ਜੇ ਸਫ਼ਰ ਦੇਖਿਆ ਜਾਵੇ ਤਾਂ ਮੈਨੂੰ ਬਹੁਤ ਸਕੂਨ ਨਾਲ ਲੱਗਦਾ ਹੈਗਾ ਜੀ। ਹੁਣ ਤਕਰੀਬਨ ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 60-61 ਸਾਲ ਦੀ ਉਮਰ ਦੇ ਵਿੱਚ ਮੈਂ ਹੁਣ ਸੈਮੀ ਰਿਟਾਇਰ ਆਲਰੇਡੀ ਹੋ ਚੁੱਕਾ ਹੈਗਾ ਜੀ, ਤੇ ਅਗਲੇ 5-4 ਸਾਲ ਦੇ ਵਿੱਚ ਜਿਹੜਾ ਹੈਗਾ ਉਹ ਫੁੱਲੀ ਰਿਟਾਇਰ ਹੋ ਜਾਵਾਂਗੇ। ਠੀਕ ਹੈ। ਔਰ ਉਸ ਰਿਟਾਇਰਡ ਲਾਈਫ ਦੇ ਵਿੱਚ ਹੁਣ ਜਿਹੜਾ ਦੱਬ ਕੇ ਕੰਮ ਕੀਤਾ ਆਪਾਂ ਪਹਿਲਾਂ ਜਿਹੜਾ ਕੰਮ ਕੀਤਾ ਹੈਗਾ, ਹੁਣ ਮੈਂ ਚਾਹਣਾ ਕਿ ਹੁਣ ਥੋੜਾ ਜਿਹਾ ਰਿਲੈਕਸ ਹੋ ਕੇ ਦੁਨੀਆ ਦੇਖੀ ਜਾਵੇ, ਜਾਂ ਕੋਈ ਉਹੋ ਜਿਹੇ ਕੰਮ ਕੀਤੇ ਜਾਣ ਜਿਨ੍ਹਾਂ ਦਾ ਕੁਝ ਕਿਸੇ ਹੋਰ ਨੂੰ ਜਿਹਨੂੰ ਫਾਇਦਾ ਮਿਲਣਾ ਚਾਹੀਦਾ ਉਹਨੂੰ ਫਾਇਦਾ ਹੋ ਸਕੇ ਸਾਡੇ ਤੋਂ। ਕੁਝ ਇਹੋ ਜਿਹੇ ਕੰਮ ਕਰਾਂਗੇ ਹੁਣ ਜਿਹੜੇ ਹੈਗੇ, ਤੁਰ ਫਿਰ ਕੇ ਮੇਲਾ ਦੇਖਾਂਗੇ, ਕਿਉਂਕਿ ਇਹ ਜੰਕਸ਼ਨ ਰੇਲਾਂ ਦਾ ਇੱਕ ਆਵੇ ਇੱਕ ਜਾਵੇ। ਅਸੀਂ ਆ ਗਏ ਹਾਂ, ਪੋਤਾ ਜੰਮ ਪਿਆ। ਇਹ ਇੱਕ ਲੜੀਵਾਰ ਸੰਸਾਰ ਦੀ ਯਾਤਰਾ ਹੈਗੀ ਹੈ ਜਿਹੜੀ ਆਪਾਂ ਕੰਪਲੀਟ ਕਰਨੀ ਹੈ। ਤੇ ਮੇਰਾ ਖਿਆਲ ਹੈ ਵੀ ਮੇਰੇ ਇਹ ਜਿਹੜਾ ਸਾਰਾ ਸਫ਼ਰ ਹੈ ਜੀ ਉਹ ਬਹੁਤ ਵਧੀਆ ਰਿਹਾ ਹੈਗਾ ਜੀ। ਬਹੁਤ ਖੂਬ ਤੁਸੀਂ ਬਾਪੂ ਪਾਰਸ ਹੋਣਾ ਦੀਆਂ ਲਿਖੀ ਹੋਈ ਜਿਹੜੀ ਕਵਿਤਾ ਦੀਆਂ ਲਾਈਨਾਂ ਸਾਂਝੀ ਕੀਤੀਆਂ। ਪਰ ਮੈਂ ਇਹੋ ਤੁਹਾਡੇ ਨਜ਼ਰੀਏ ਤੋਂ ਜਾਣਨਾ ਚਾਹੁੰਦਾ ਜੀ, ਤੁਸੀਂ ਹੁਣ ਇਸ ਸਾਰਾ ਕੁਝ ਜ਼ਿੰਦਗੀ ਦੇ ਉਤਾਰ ਚੜ੍ਹਾਅ, ਖੁਸ਼ੀਆਂ, ਸਾਰਾ ਕੁਝ ਦੇਖਿਆ, ਹੁਣ ਤੁਸੀਂ ਇਸ ਸਟੇਜ 'ਤੇ ਆ ਕੇ ਸਹਿਜ ਫੀਲ ਕਰਦੇ ਹੋ? ਕੀ ਫੀਲ ਕਰਦੇ ਹੋ? ਔਰ ਗਾਂ ਜਿਹੜਾ ਮੈਂ ਸਵਾਲ ਕੀਤਾ ਸੀਗਾ ਵੀ ਪੁੱਤ ਨੂੰ ਗਾ ਪੋਤਰੇ ਨੂੰ ਲੈ ਕੇ ਵੀ। ਹਾਂਜੀ, ਹੁਣ ਮੈਂ ਆਪਣੇ ਸਾਰੇ ਫਾਈਨੈਂਸ਼ਲੀ ਤੌਰ ਤੇ ਵੀ, ਆਪਦੇ ਫੈਮਿਲੀ ਦੇ ਵੱਲੋਂ ਵੀ, ਆਪਦੇ ਬਿਜ਼ਨਸ ਵੱਲੋਂ ਵੀ ਮੈਂ ਬਹੁਤ ਖੁਸ਼ ਹਾਂ। ਅਸੀਂ ਜਿਹੜੀ ਵਾਹਿਗੁਰੂ ਨੇ ਸਾਨੂੰ ਤਰੱਕੀ ਦਿੱਤੀ ਹੈਗੀ ਆ, ਮੈਂ ਉਸ ਪਰਮਾਤਮਾ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੀ ਹਾਂ। ਸ਼ੁਕਰੀਆ, ਮਿਹਰਬਾਨੀ ਭਾਈ। ਪ੍ਰੋਗਰਾਮ ਦੀ ਸਮਾਪਤੀ ਤੇ ਅਖੀਰ ਦੇ ਵਿੱਚ ਕੋਈ ਮੈਸੇਜ ਵੇਖਣ ਵਾਲਿਆਂ ਨੂੰ ਜਿਹੜਾ ਤੁਹਾਡੇ ਪ੍ਰੋਗਰਾਮ ਤੋਂ ਕੁਝ ਸਿੱਖ ਸਕਣ ਕਿ ਵੀ ਕਿਸ ਤਰੀਕੇ ਨਾਲ ਤੁਸੀਂ ਇੱਕ ਮਤਲਬ ਸਧਾਰਨ ਪਰਿਵਾਰ 'ਚ ਪੈਦਾ ਹੋ ਕੇ ਤੇ ਤਰੱਕੀਆਂ ਸ਼ੋਹੀਆਂ, ਕੁਝ ਕਹਿਣਾ ਚਾਹੋਗੇ? ਖੈਰ ਮੈਂ ਇੰਨਾ ਕੁਛ ਮੈਸੇਜ ਦੇਣ ਜੋਗਾ ਤੇ ਹੈ ਨਹੀਂ ਹੈ, ਪਰ ਲੇਕਿਨ ਸ਼ੁਰੂਆਤ ਜਿਸ ਤਰ੍ਹਾਂ ਸਾਡੀ ਹੋਈ ਸੀ ਬਹੁਤ ਗਰੀਬ ਪਰਿਵਾਰ 'ਚ ਉੱਠ ਕੇ, ਤੇ ਅੱਜ ਅੱਛਾ ਕੰਮਕਾਰ ਸਾਨੂੰ ਬਖਸ਼ਿਆ ਵਾਹਿਗੁਰੂ ਨੇ। ਮੈਂ ਇਹੀ ਕਹਾਂਗਾ ਕਿ ਲਗਨ ਔਰ ਮਿਹਨਤ ਔਰ ਇਮਾਨਦਾਰੀ ਜਿਹੜੀ ਹੈਗੀ ਜੀ ਤੁਹਾਨੂੰ ਇੱਕ ਨਾ ਇੱਕ ਦਿਨ ਜਾ ਕੇ ਰੰਗ ਦਿਖਾ ਦਿੰਦੀ ਹੈਗੀ ਜੀ। ਔਰ ਸਖਤ ਮਿਹਨਤ ਜਿਹੜੀ ਹੈਗੀ ਹੈ ਉਹ ਤੁਸੀਂ ਕਰਦੇ ਰਹੋ, ਇੱਕ ਨਾ ਇੱਕ ਆ ਕੇ ਤੁਸੀਂ ਮਹਿਸੂਸ ਕਰੋਗੇ ਕਿ ਹੁਣ ਅਸੀਂ ਸਭ ਪਾਸਿਓਂ ਆਜ਼ਾਦ ਹਾਂ। ਫਾਈਨੈਂਸ਼ੀਅਲੀ ਤੌਰ ਤੇ ਵੀ ਆਜ਼ਾਦ ਹੈਗੇ ਆ। ਸਮਾਜਿਕ ਸਾਡਾ ਇਹੋ ਜਿਹਾ ਢਾਂਚਾ ਇੱਥੇ ਕੈਨੇਡਾ ਦਾ ਹੈਗਾ ਕਿ ਤੁਹਾਨੂੰ ਹਰ ਅਪਰਚੁਨਿਟੀ ਦੇ ਵਿੱਚ ਜਿਹੜੀ ਤੁਹਾਨੂੰ ਉਹ ਲੋਕ ਸਾਥ ਦਿੰਦੇ ਹੈਗੇ, ਤੁਹਾਡਾ ਗਵਰਨਮੈਂਟ ਸਾਥ ਦਿੰਦੀ ਹੈਗੀ ਹੈ। ਜੇ ਤੁਸੀਂ ਆਪ ਸਟਰੋਂਗ ਹੈ, ਸੱਚੀ ਮਿਹਨਤ ਕਰਦੇ ਆ, ਸਖਤ ਮਿਹਨਤ ਕਰਦੇ ਆ ਜੀ, ਇੱਕ ਨਾ ਇੱਕ ਦਿਨ ਤੁਸੀਂ ਜਿਹੜਾ ਹੈਗਾ ਆਪਦੇ ਮੁਕਾਮ ਤੇ ਪਹੁੰਚ ਜਾਂਦੇ ਆ, ਜਿਸ ਤਰ੍ਹਾਂ ਕਿ ਵਾਹਿਗੁਰੂ ਨੇ ਮੈਨੂੰ ਪਹੁੰਚਾਇਆ। ਇੱਕ ਬੰਦਾ ਵੀ ਇਸ ਇੰਟਰਵਿਊ ਨੂੰ ਦੇਖ ਕੇ ਜੇ ਕਿਤੇ ਇਹ ਸਾਡੇ ਵਾਲੇ ਪਾਸੇ ਨੂੰ ਤੁਰ ਪਿਆ ਤੇ ਸਮਝਾਂਗੇ ਕਿ ਸਾਡਾ ਜਿਹੜਾ ਹੈਗਾ ਇਹ ਪ੍ਰੋਗਰਾਮ ਕੀਤਾ ਹੋਇਆ ਸਫਲ ਹੋਇਆ। ਮੈਂ ਸਾਰੀ ਟੀਮ ਦਾ ਇਹ ਆਪਣੇ ਪ੍ਰਾਈਮ ਏਸ਼ੀਆ ਟੀਵੀ ਜੀ, ਪ੍ਰਾਈਮ ਏਸ਼ੀਆ ਟੀਵੀ ਦੇ ਅਦਾਰੇ ਦਾ ਸਾਰੇ ਦਾ ਜਿਹੜਾ ਹੈਗਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਖੁੱਲ੍ਹਾ ਡੁੱਲਾ ਸਮਾਂ ਦੇ ਕੇ ਸਾਡੇ ਜਿਹੜੇ ਸਾਨੂੰ ਆਪਣੇ ਦੇਖਣ ਵਾਲਿਆਂ ਦੇ ਰੂਬਰੂ ਕਰਾਇਆ ਹੈਗਾ। ਤੁਸੀਂ ਆਪਣੀ ਸਾਰੀ ਜੀਵਨ ਦਾ ਨਿਚੋੜ ਕੱਢਿਆ ਜੀ, ਔਰ ਬਿਲਕੁਲ ਸਾਡੇ ਜਿਹੜੇ ਦਰਸ਼ਕ ਨੇ ਵੇਖਣ ਵਾਲੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਪ੍ਰੋਗਰਾਮ ਦਾ ਸਮਾਂ ਸਮਾਪਤ ਤੇ ਪੈ ਜੀ, ਤੁਸੀਂ ਵੀ ਟਾਈਮ ਦਿੱਤਾ, ਤੁਹਾਡੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਜਗਸੀਰ ਪੁਰਬਾ ਉਰਫ ਜੈਗ ਪੁਰਬਾ, ਤੁਸੀਂ ਇਹਨਾਂ ਦੀ ਸਾਰੀ ਜੀਵਨ ਦੀ ਕਹਾਣੀ ਸੁਣੀ, ਔਰ ਉਮੀਦ ਕਰਦਾ ਕਿ ਜਿੱਥੇ ਇਹਨਾਂ ਦੀ ਜੀਵਨ ਦੀ ਕਹਾਣੀ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇਗਾ, ਉੱਥੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ। ਸੋ ਇੱਦਾਂ ਦੀਆਂ ਕਾਮਯਾਬ ਸਕਸੈਸ ਸਟੋਰੀਜ਼ ਲੈ ਕੇ ਅਸੀਂ ਫਿਰ ਹਾਜ਼ਰ ਹੁੰਦੇ ਰਵਾਂਗੇ। ਤੇ ਹੁਣ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮੈਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।